ਸਿੱਧੂ ਮੂਸੇਵਾਲੇ ਦੀ 27 ਤਰੀਕ ਨੂੰ ਕੋਰਟ ਦੇ ਵਿੱਚ ਪੇਸ਼ੀ ਸੀ ਮਾਨਸਾ। ਤਾਂ ਕਹਿੰਦੇ ਪਹਿਲਾਂ ਇਹਨਾਂ ਦੀ ਪਲੈਨਿੰਗ ਉਦੋਂ ਹੀ ਸੀ ਕਿ 27 ਤਰੀਕ ਨੂੰ ਸਿੱਧੂ ਤੇ ਹਮਲਾ ਕਰਨਾ ਹੈ। ਉਦੋਂ ਕੀ ਸੀ, ਕਹਿੰਦੇ ਦੋ ਜਾਣੇ ਡਿਵਾਈਡ ਹੋ ਕੇ ਦੋ ਦੀਆਂ ਟੀਮਾਂ ਬਣਾ ਕੇ ਹਰੇਕ ਖੜੇ ਸੀ। ਕੋਈ ਮਾਨਸਾ ਜਿਵੇਂ ਰਣਜੀਤਾ ਕੈਂਚੀਆਂ ਨੇ ਜਿੱਥੇ ਸਿੱਧੂ ਦਾ ਘਰ ਤੋਂ ਮਾਨਸਾ ਨਾਲ ਜੁੜਦਾ ਉੱਥੇ ਖੜੇ ਸੀ, ਤੇ ਕਹਿੰਦੇ ਕੋਰਟ ਦੇ ਵਿੱਚ ਵੀ ਮਾਰਨ ਦਾ ਪਲਾਨ ਸੀ। ਇੱਥੋਂ ਤੱਕ ਦਾ ਪਲਾਨ ਵੀ ਸੀ ਕਿ ਜੇ ਕਦੇ ਸਿੱਧੂ ਮੂਸੇਵਾਲਾ ਗੋਲੀਆਂ ਤੋਂ ਬਚ ਜੇ, ਕਿਉਂਕਿ ਬੁਲਟ ਪ੍ਰੂਫ ਗੱਡੀ ਹੁੰਦੀ ਸੀ, 7 ਹੈਂਡ ਗ੍ਰਨੇਡ ਬਰਾਮਦ ਹੋਏ ਨੇ ਕਿ ਸਿੱਧੂ ਦੀ ਗੱਡੀ ਨੂੰ ਵੀ ਉਡਾ ਸਕਦੇ ਸੀ। ਇਹਨਾਂ ਨੇ ਸਾਰਾ ਘਟਨਾਕ੍ਰਮ ਜਿਹੜਾ ਹੈ ਇੱਕ ਜਿਹੜਾ ਕਹਿੰਦੇ ਖਾਕਾ ਤਿਆਰ ਕਰਕੇ ਗੋਲਡੀ ਬਰਾੜ ਨੂੰ ਦਿੱਤਾ। ਉਹਦੇ ਵਿੱਚ ਗੱਡੀਆਂ, ਹਥਿਆਰ, ਫਿਰ ਗੈਂਗਸਟਰ, ਸ਼ਾਰਪ ਸ਼ੂਟਰ, ਰੇਕੀ ਕਰਨ ਵਾਲੇ ਬੰਦੇ। ਗੋਲਡੀ ਬਰਾੜ ਉਹ ਸ਼ਖਸ ਹੈ ਜਿਹਨੇ ਸਾਰੀ ਬਿਉਂਤ ਘੜੀ। ਇਹ ਵੀ ਕਿਹਾ ਜਾਂਦਾ ਹੈ ਵਿੱਚ ਤਾਂ ਕਿ ਲਾਰੈਂਸ ਇੰਨਾ ਇੰਟਰਸਟਡ ਨਹੀਂ ਸੀ ਸਿੱਧੂ ਨੂੰ ਮਰਵਾਉਣ ਲਈ ਜਿੰਨਾ ਗੋਲਡੀ ਬਰਾੜ ਡੈਸਪਰੇਟ ਸੀ। ਬਲੈਰੋ ਗੱਡੀ ਦੇ ਵਿੱਚੋਂ ਜਦੋਂ ਨਿਕਲੇ 4 ਜਣੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਣੇ ਦੇ ਹੱਥ 'ਚੋਂ ਪਿਸਟਲ ਨੀਚੇ ਡਿੱਗ ਪਿਆ, ਤੇ ਉਹੀ ਪਿਸਟਲ ਚੱਕ ਕੇ ਅੰਕਿਤ ਸੇਰਸਾ ਜਾਣੀ ਕਿ ਦੋਨੇ ਹੱਥਾਂ ਨਾਲ ਬੋਨਟ ਤੇ ਚੜ ਜਾਂਦਾ ਥਾਰ ਦੇ। ਫਰਵਰੀ ਦੇ ਵਿੱਚ ਫਤਿਆਬਾਦ ਤੋਂ ਪੰਜਾਬ ਆ ਗਈ ਸੀ ਬਲੈਰੋ ਗੱਡੀ। ਗੋਲਡੀ ਬਰਾੜ ਨੇ ਕੈਨੇਡਾ ਤੋਂ ਆਪਣੀ ਲੋਕੇਸ਼ਨ ਵੀ ਬਦਲੀ ਹੈ। ਹੁਣ ਇਹ ਨਹੀਂ ਪਤਾ ਵੀ ਕੈਨੇਡਾ ਤੋਂ ਕਿੱਥੇ ਮੂਵ ਹੋਇਆ ਜਾਂ ਕੈਨੇਡਾ ਦੇ ਵਿੱਚ ਹੀ ਹੈ। ਪਰ ਸਿੱਧੂ ਮੂਸੇਵਾਲਾ ਵੀ ਕੌਪ ਕਰਕੇ ਆਪਣਾ ਪਿਸਟਲ ਜਿਹੜਾ ਉਹ ਰੱਖ ਲੈਂਦਾ। ਮਨਦੀਪ ਕੇਕੜਾ ਨੇ ਇਹ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਮੈਂ ਜਦੋਂ ਜਾਣਾ ਸੀ ਰੇਕੀ ਕਰਨ ਤਾਂ ਮੇਰੇ ਕੋਲ ਵੀ 32 ਬੋਰ ਦੀ ਪਿਸਟਲ ਸੀ। ਜੱਗੂ ਭਗਵਾਨਪੁਰੀ ਦਾ ਅਹਿਮ ਰੋਲ ਰਿਹਾ। ਸ਼ਾਰਪ ਸ਼ੂਟਰ ਆਪਣੇ ਮੁਹੱਈਆ ਕਰਾਏ, ਆਖਿਰਕਾਰ ਉਹਨਾਂ ਦਾ ਵੀ ਐਨਕਾਊਂਟਰ ਹੋ ਗਿਆ। ਸਭ ਤੋਂ ਪਹਿਲੀ ਗ੍ਰਿਫਤਾਰੀ ਮਨਪ੍ਰੀਤ ਭਾਊ ਦੀ ਪੈਂਦੀ ਹੈ। ਦੂਜੇ ਨੰਬਰ ਤੇ ਸਭ ਤੋਂ ਪਹਿਲਾਂ ਲਿਆਂਦਾ ਜਾਂਦਾ ਹੈ ਮਨਪ੍ਰੀਤ ਮੰਨਾ ਪ੍ਰੋਡਕਸ਼ਨ ਬ੍ਰਾਂਡ ਤੇ ਬਠਿੰਡੇ ਜੇਲ੍ਹ ਤੋਂ। ਇਹਨਾਂ ਦੇ ਕੋਲ ਜਿਹੜਾ ਬਰਾਮਦੀ ਹੋਈ ਹੈ ਉਹ ਇੱਕ ਪਿਸਟਲ ਹੋਈ ਹੈ 30 ਬੋਰ ਦੀ, ਤੇ ਇੱਕ ਪਿਸਟਲ ਜਿਹੜੀ ਹਥਿਆਰ ਵਾਰਦਾਤ ਵੇਲੇ ਵਰਤੇ ਗਿਆ ਸੀ 9mm ਦਾ, ਤੇ 7 ਜਿੰਦਾ ਕਾਰਤੂਸ ਵੀ ਵਰਤੇ ਗਏ ਇਹਨਾਂ ਦੇ। 1800 ਪੰਨਿਆਂ ਤੋਂ ਉੱਪਰ ਦੀ ਚਾਰਜ ਸ਼ੀਟ ਕਿਹਾ ਜਾਂਦਾ ਕਿ 1800 ਤੋਂ ਉੱਪਰ ਦੀ ਚਾਰਜ ਸ਼ੀਟ ਬਣਦੀ ਹੈ ਟੋਟਲ ਜਿਹੜਾ ਚਲਾਨ ਪੇਸ਼ ਹੋਇਆ ਹੈਗਾ। ਕਿ ਇਸ ਦੇ ਵਿੱਚ ਗਵਾਹ ਬਹੁਤ ਨੇ, ਇਸ ਦੇ ਵਿੱਚ ਇਨਵੋਲਵਮੈਂਟ ਦੋਸ਼ੀਆਂ ਦੀ ਬਹੁਤ ਹੈ। ਕਿੱਥੋਂ ਕਿਵੇਂ ਗਰੁੱਪ ਚੱਲੇ, ਕਿੱਥੋਂ ਕਿਵੇਂ ਕਈ ਗਰੁੱਪ ਤਾਂ ਇਹ ਸੀ ਜਿਨ੍ਹਾਂ ਨੇ ਸਿਰਫ ਰੈਕੀ ਕਰਨੀ ਸੀ, ਇੱਕ ਗਰੁੱਪ ਇਹ ਸੀ ਜਿਹਨੇ ਸਿਰਫ ਹਥਿਆਰ ਹੀ ਦੇਣੇ ਸੀ, ਤੇ ਇੱਕ ਇਹ ਵੀ ਸੀ ਗਰੁੱਪ ਜਿਹਨੇ ਹਥਿਆਰ ਸਪਲਾਈ ਕਿਵੇਂ ਕਰਨੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਹਾਂ ਰਾਹੁਲ ਕਾਲਾ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਮਾਨਸਾ ਪੁਲਿਸ ਵੱਲੋਂ ਚਾਰਜਸ਼ੀਟ ਫਾਈਲ ਕੀਤੀ ਗਈ ਹੈ, ਉਹ ਵੀ 3 ਮਹੀਨੇ ਦੇ ਅੰਦਰ। ਤਾਂ ਇਸ ਚਾਰਜਸ਼ੀਟ ਦੀ ਕਾਪੀ ਸਾਡੇ ਕੋਲ ਪਹੁੰਚੀ ਹੈ, ਪ੍ਰੋ ਪੰਜਾਬ ਦੇ ਹੱਥ ਲੱਗੀ ਹੈ। ਐਕਸਕਲੂਸਿਵ ਜਾਣਕਾਰੀ ਹੈ ਜੋ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਦੱਸਾਂਗੇ ਕਿ ਗੈਂਗਸਟਰਾਂ ਨੇ ਕਿਵੇਂ ਰੇਕੀ ਕੀਤੀ, ਕਿਵੇਂ ਹਥਿਆਰ ਲਏ, ਕਿਵੇਂ ਗੱਡੀਆਂ ਦੀ ਵਰਤੋਂ ਕੀਤੀ ਗਈ, ਜਾਂ ਫਿਰ ਜਿਹੜੇ 36 ਮੁਲਜ਼ਮਾਂ ਦੇ ਵਿੱਚੋਂ 24 ਜਿਹੜੇ ਦੋਸ਼ੀ ਬਣਾਏ ਗਏ ਨੇ ਇਸ ਚਾਰਜਸ਼ੀਟ ਦੇ ਵਿੱਚ, ਉਹਨਾਂ ਗੈਂਗਸਟਰਾਂ ਦਾ ਕੀ ਰੋਲ ਰਿਹਾ। ਤਾਂ ਮੇਰੇ ਨਾਲ ਮੇਰੇ ਸਹਿਯੋਗੀ ਮਨਦੀਪ ਜੋਤ ਨੇ। ਮਨਦੀਪ, ਥੋੜਾ ਆਪਾਂ ਪੂਰਾ ਡਿਸਕਸ ਕਰਦੇ ਹਾਂ ਔਰ ਦਰਸ਼ਕਾਂ ਨੂੰ ਵੀ ਦੱਸਦੇ ਹਾਂ ਕਿ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕਿੰਨੀ ਹਾਈ ਲੈਵਲ ਦੀ ਪਲੈਨਿੰਗ ਸੀ। ਤਾਂ ਅਸੀਂ ਪੂਰੇ ਇੱਕ ਗੈਂਗਸਟਰ ਦੀ ਜਿਹੜੀ ਹੈ ਉਹ ਅਸੀਂ ਪੂਰਾ ਇਸ ਚਿੱਠੇ ਦੇ ਵਿੱਚ ਜੋ ਲਿਖਿਆ ਹੋਇਆ ਉਹ ਸਾਂਝਾ ਕਰਦੇ ਹਾਂ। ਤਾਂ ਸ਼ੁਰੂ ਕੀਤਾ ਜਾਏ ਇੱਕ ਪਹਿਲਾਂ। ਬਿਲਕੁਲ, ਜੇ ਰਾਹੁਲ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦਾ ਜੋ 29 ਤਰੀਕ ਨੂੰ ਕਤਲ ਕੀਤਾ ਜਵਾਰਕੇ ਪਿੰਡ, ਤਾਂ ਇਹ ਬਿਉਂਤਬੰਦੀ ਕਹਿੰਦੇ ਨੇ ਕਿ 2020 ਤੋਂ ਚੱਲੀ ਆ ਰਹੀ ਸੀ। ਜਦੋਂ 1.5 ਸਾਲ ਦੇ ਕਰੀਬ ਹੋ ਗਏ ਸਿੱਧੂ ਮੂਸੇਵਾਲੇ ਦੀਆਂ ਰੈਕੀਆਂ ਵੀ ਹੁੰਦੀਆਂ ਨੇ, ਕਿਉਂਕਿ ਜਿਵੇਂ ਆਪਾਂ ਦੇਖਿਆ ਰਿਪੋਰਟਸ ਆਉਂਦੀਆਂ, ਇਨਵੈਸਟੀਗੇਸ਼ਨ ਹੁੰਦੀ ਹੈ, ਇੰਟੈਲੀਜੈਂਸ ਵੀ ਰਿਪੋਰਟ ਦਿੰਦੀ ਹੈ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ, ਜਦੋਂ ਸਿੱਧੂ ਨੇ ਕਾਂਗਰਸ ਜੁਆਇਨ ਕੀਤੀ ਹੈ, ਉਦੋਂ ਵੀ ਕਹਿੰਦੇ ਸੀ ਕਿ ਉਦੋਂ ਤਾਂ 6 ਸ਼ੂਟਰ ਆਏ ਹੋਏ ਸੀਗੇ ਸਿੱਧੂ ਮੂਸੇਵਾਲੇ ਦੇ ਪਿੰਡ ਮੂਸੇ ਪਹੁੰਚੇ ਹੋਏ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਘਰਦਿਆਂ ਨੂੰ ਜਿਹੜਾ ਤੇ ਉਹਦੇ ਕਰੀਬੀਆਂ ਨੂੰ ਹਰੇਕ ਸ਼ੂਟਰਾਂ ਦੀਆਂ ਫੋਟੋਆਂ ਦਿੱਤੀਆਂ ਹੋਈਆਂ ਸੀ। STF ਦੀ ਹਰਿਆਣਾ STF ਦੀ ਟੀਮ ਆਉਂਦੀ ਹੈ ਬਕਾਇਦਾ, ਸਿੱਧੂ ਦੀ ਜਿਹੜੀ ਹੈ ਉਹਦੀ ਪੂਰੀ ਨਾਲ ਰਹਿੰਦੀ ਹੈ ਉਹਦੀ ਰੱਖਿਆ ਦੇ ਲਈ, ਉਹਦੀ ਸੁਰੱਖਿਆ ਦੇ ਲਈ। ਤਾਂ ਉਹ ਜਿਹੜਾ ਹਰੇਕ ਉਹਦੇ ਨੇੜੇ ਦੇ ਨਜ਼ਦੀਕੀ ਜਿਹੜਾ ਸਿੱਧੂ ਮੂਸੇਵਾਲਾ, ਚਾਹੇ ਉਹ ਦੋਸਤ ਹੈ ਚਾਹੇ ਉਹਦੇ ਰਿਸ਼ਤੇਦਾਰ ਨੇ, ਉਹਨਾਂ ਨੂੰ ਜਿਹੜੀ ਸ਼ੂਟਰਾਂ ਦੀ ਫੋਟੋ ਦਿੱਤੀ ਸੀ ਕਿ ਇਹਨਾਂ ਦੇ ਵੱਲੋਂ ਕਦੋਂ ਵੀ ਹਮਲਾ ਹੋ ਸਕਦਾ ਹੈ। ਪਰ ਉਦੋਂ ਹਾਈ ਸਿਕਿਉਰਿਟੀ ਸੀ ਸਿੱਧੂ ਮੂਸੇਵਾਲਾ ਕੋਲ, 12 ਦੇ ਕਰੀਬ ਗਨਮੈਨ ਸੀ, ਤਾਂ ਉਦੋਂ ਅਸੰਭਵ ਹੋ ਜਾਂਦਾ, ਉਦੋਂ ਸੰਭਵ ਨਹੀਂ ਹੁੰਦਾ ਤੇ ਉੱਥੋਂ ਚਲੇ ਜਾਂਦੇ ਨੇ। ਤੇ ਹੁਣ ਚਾਰਜਸ਼ੀਟ ਆਈ ਹੈ ਸਿੱਧੂ ਮੂਸੇਵਾਲੇ ਦੀ, ਤਾਂ ਇਸ ਦੇ ਵਿੱਚ 36 ਕੁੱਲ ਜਿਹੜੇ ਨੇ ਅਕਿਊਜ਼ ਬਣਾਏ ਗਏ ਨੇ, 36 ਦੋਸ਼ੀ ਨੇ, ਤੇ ਉਹਨਾਂ ਦੇ ਵਿੱਚੋਂ 24 ਦੇ ਖਿਲਾਫ ਚਲਾਨ ਪੇਸ਼ ਕੀਤਾ ਗਿਆ। ਅੱਜ ਆਪਾਂ 24 ਜਿਹੜੇ ਕਾਤਲ ਨੇ ਸਿੱਧੂ ਦੇ ਜਿਹੜੇ ਚਾਰਜਸ਼ੀਟ ਦੇ ਵਿੱਚ ਚਲਾਨ ਪੇਸ਼ ਕੀਤਾ, ਉਹਨਾਂ ਦੇ ਬਾਰੇ ਆਪਾਂ ਜਿਹੜਾ ਡਿਸਕ੍ਰਾਈਬ ਕਰਨਾ ਕਿ ਕਿਹਦਾ ਕੀ ਰੋਲ ਰਿਹਾ, ਕਿਹਨੇ ਕਿੱਥੋਂ ਕਿਵੇਂ ਜਿਹੜਾ ਸੰਪਰਕ ਦੇ ਵਿੱਚ ਆਇਆ।
ਤਾਂ ਸਭ ਤੋਂ ਪਹਿਲਾਂ ਜਿਹੜਾ ਮਨਪ੍ਰੀਤ ਭਾਊ ਦਾ ਜਿਹੜਾ ਰੋਲ ਇਸ ਚਾਰਜਸ਼ੀਟ ਦੇ ਵਿੱਚ ਜਿਹੜਾ ਉਸ ਦੇ ਖਿਲਾਫ ਕੀਤੀ ਗਈ ਹੈ। ਬਿਲਕੁਲ ਰਾਹੁਲ, ਮਨਪ੍ਰੀਤ ਭਾਊ ਉਹ ਸ਼ਖਸ ਹੈ ਜਿਹੜਾ ਕਿਹਾ ਜਾਂਦਾ ਹੈ ਕਿ ਦੇਹਰਾਦੂਨ ਤੋਂ ਪਹਿਲੀ ਗ੍ਰਿਫਤਾਰੀ ਹੁੰਦੀ ਹੈ। 29 ਤਰੀਕ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਤੇ 31 ਤਰੀਕ ਨੂੰ ਇਹਨੂੰ ਮਨਪ੍ਰੀਤ ਭਾਊ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਦੇਰ ਸ਼ਾਮ 5:30 ਤੋਂ 6 ਵਜੇ ਦਾ ਟਾਈਮ ਹੁੰਦਾ, ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉੱਥੋਂ ਲਿਆਂਦਾ ਜਾਂਦਾ ਹੈ ਮਾਨਸਾ ਸੀਏ ਸਟਾਫ ਲਿਆਂਦਾ ਜਾਂਦਾ ਹੈ। ਉਸ ਤੋਂ ਬਾਅਦ ਪੁੱਛਗਿੱਛ ਹੁੰਦੀ ਹੈ ਤੇ ਪੁੱਛਗਿੱਛ ਤੋਂ ਬਾਅਦ ਇਹ ਜਿਹੜਾ ਮੁੱਢਲੀਆਂ ਗੱਲਾਂ ਜਿਹੜੀਆਂ ਨੇ ਸਾਰੀਆਂ ਪੁਲਿਸ ਦੇ ਸਾਹਮਣੇ ਰੱਖਦਾ ਹੈ। ਤੇ ਇਸ ਤੋਂ ਇਲਾਵਾ ਅਗਲੀ ਜਿਹੜੀ ਹੈਗਾ ਸਾਰਜ ਸੰਧੂ, ਉਸ ਨੂੰ ਲੈ ਕੇ ਵੀ ਜਿਹੜਾ ਕਾਫੀ ਪੁਲਿਸ ਨੇ ਹਾਂ ਇਸ ਦੇ ਬਿਲਕੁਲ ਵਿੱਚ ਜਿਹੜਾ ਖੁਲਾਸੇ ਰਾਹੁਲ, ਕੀਤੇ ਨੇ। ਇਹ ਗੱਲ ਇਹ ਕੜੀਦਾਰ ਕੜੀ ਜੁੜਿਆ ਸਾਰਾ ਕੇਸ। ਇਹ ਕਿਵੇਂ ਜੁੜਿਆ ਕਿ ਸਾਰਜ ਸੰਧੂ ਆ ਜੋ ਸਾਰਜ ਸੰਧੂ, ਜੇ ਆਪਾਂ ਪਿੱਛੇ ਜਾਈਏ ਦੀ ਇਹ ਵੀ ਹਿਸਟਰੀ ਸ਼ੀਟਰ ਹੈ। ਲਾਰੈਂਸ ਗੈਂਗ ਦਾ ਜਿਹੜਾ ਲਾਰੈਂਸ ਗਰੁੱਪ ਦਾ ਇਹ ਸਰਗਨਾ ਹੈਗਾ ਸਾਰਜ ਸੰਧੂ ਉਰਫ ਮਿੰਟੂ ਵੀ ਕਹਿੰਦੇ ਨੇ ਇਹਨੂੰ। ਤੇ ਇਹ ਇਸ ਵਕਤ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਸੀ ਤੇ ਇਹ ਨਾਮ ਜੋ ਸਾਹਮਣੇ ਆਉਂਦਾ ਸਾਰਜ ਸੰਧੂ ਦਾ ਉਦੋਂ ਸਾਹਮਣੇ ਆਉਂਦਾ ਜਦੋਂ 2017 ਦੇ ਵਿੱਚ ਇੱਕ ਹਿੰਦੂ ਵਿਪਨ ਸ਼ਰਮਾ ਨਾਂ ਦਾ ਨੇਤਾ ਮਾਰਿਆ ਸੀ ਅੰਮ੍ਰਿਤਸਰ ਦੇ ਵਿੱਚ। ਉਸ ਤੋਂ ਬਾਅਦ ਇਸ ਦਾ ਨਾਂ ਸਾਹਮਣੇ ਆਉਂਦਾ ਤੇ ਇਸ ਤੋਂ ਬਾਅਦ ਇਹਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜਿਆ ਜਾਂਦਾ ਤੇ ਕਹਿੰਦੇ ਨੇ ਕਿ ਮੰਨਾ ਜਿਹੜਾ ਹੈਗਾ ਮਨਪ੍ਰੀਤ ਮੰਨਾ ਇੱਕ ਉਹ ਵੀ ਅਕਿਊਜ਼ਡ ਬਣਾਇਆ। ਮੰਨੇ ਨਾਲ ਕਹਿੰਦੇ ਸਾਰਜ ਸੰਧੂ ਨੂੰ ਪਹਿਲਾਂ ਜਿਹੜਾ ਫੋਨ ਜਾਂਦਾ ਹੈ, ਕਿਉਂਕਿ ਦੇਖੋ 3 ਸਾਜ਼ਿਸ਼ ਕਰਤਾ ਨੇ ਪੂਰੇ ਕਨਸਪੀਰੈਂਸੀ 3 ਨੇ ਰਚੀ ਹੈ, ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਤੇ ਜੱਗੂ ਭਵਾਨਪੁਰੀਆ। ਹਾਲਾਂਕਿ ਮੇਨ ਤਾਂ ਦੋਨੇ ਲਾਰੈਂਸ ਤੇ ਗੋਲਡੀ ਨੇ, ਜੱਗੂ ਨੇ ਸ਼ੂਟਰ ਪ੍ਰੋਵਾਈਡ ਕੀਤੇ ਤੇ ਕਹਿੰਦੇ ਲਾਰੈਂਸ ਜਿਹੜਾ ਨੰਬਰ ਦਿੰਦਾ ਗੋਲਡੀ ਬਰਾੜ ਨੂੰ ਕਿ ਸਾਰਜ ਸੰਧੂ ਦਾ। ਸਾਰਜ ਸੰਧੂ ਨੂੰ ਫੋਨ ਆਉਂਦਾ ਗੋਲਡੀ ਬਰਾੜ ਦਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਕਿ ਜਿਹੜਾ ਇੱਕ ਗੱਡੀ ਦਾ ਪ੍ਰਬੰਧ ਕਰਨਾ ਹੈ, ਇਹਦੀ ਡਿਊਟੀ ਲਾਈ ਜਾਂਦੀ ਹੈ ਕਿ ਗੱਡੀ ਦਾ ਪ੍ਰਬੰਧ ਕਰਨ ਦੀ। ਤੇ ਉਸ ਤੋਂ ਬਾਅਦ ਇਹ ਫੋਨ ਲਾਉਂਦਾ ਮੰਨੇ ਨੂੰ, ਮਨਪ੍ਰੀਤ ਮੰਨਾ ਜੋ ਕਿ ਕੁਲਬੀਰ ਨਰੂਆਣਾ ਕੇਸ ਦੇ ਵਿੱਚ ਸੀ, ਉਹ ਬਠਿੰਡੇ ਜੇਲ੍ਹ ਦੇ ਵਿੱਚ ਸੀ। ਉਹ ਉਸ ਨੂੰ ਫੋਨ ਲਾਉਂਦਾ ਸਾਰਜ ਸੰਧੂ ਕਿ ਗੱਡੀ ਚਾਹੀਦੀ ਹੈ ਇੱਕ, ਤੇ ਮਨਪ੍ਰੀਤ ਮੰਨਾ ਗਾਹਾਂ ਫੋਨ ਲਾ ਦਿੰਦਾ। ਉਹ ਆਪਣਾ ਮੈਸੇਜ ਲਾਉਂਦਾ ਕਿਤੇ ਆਪਣੇ ਮੈਸੇਂਜਰ ਜਿਹੜੇ ਛੱਡੇ ਹੁੰਦੇ ਨੇ ਉਹ ਲਾਉਂਦਾ ਆਪਦੇ ਸੈੱਲ ਨੂੰ। ਮਨਪ੍ਰੀਤ ਭਾਊ ਜੋ ਕਿ ਪਹਿਲਾਂ ਅਕਿਊਜ਼ਡ ਹੈ ਉਹਨੂੰ ਫੋਨ ਲਾ ਕੇ ਕਹਿੰਦਾ ਕਿ ਸਾਰਜ ਸੰਧੂ ਆਪਣਾ ਬੰਦਾ ਹੈ, ਉਸ ਨੂੰ ਇੱਕ ਗੱਡੀ ਚਾਹੀਦੀ ਹੈ। ਤਾਂ ਉਸ ਤੋਂ ਬਾਅਦ ਉਹ ਮਨਪ੍ਰੀਤ ਭਾਊ ਕਹਿੰਦੇ ਭਾਗੀ ਬਾਂਦਰ ਪਿੰਡ ਤੋਂ ਸੰਬੰਧ ਰੱਖਦਾ ਪਿੱਛੋਂ, ਉਹ ਗੱਡੀ ਕਰਕੇ ਦਿੰਦਾ ਬਲੈਰੋ ਗੱਡੀ। ਉਸ ਤੋਂ ਬਾਅਦ ਉਹ ਬਲੈਰੋ ਗੱਡੀ ਕਰਕੇ ਆਉਂਦਾ ਕਿਉਂਕਿ ਸਾਰਜ ਸੰਧੂ ਤੇ ਮਨਪ੍ਰੀਤ ਮੰਨਾ ਫਿਰੋਜ਼ਪੁਰ ਵੀ ਜੇਲ੍ਹ 'ਚ ਇਕੱਠੇ ਰਹੇ ਨੇ। ਇਹ ਮਨਪ੍ਰੀਤ ਮੰਨਾ ਸਾਰਜ ਸੰਧੂ ਇਕੱਠੇ ਰਹੇ ਨੇ ਜੇਲ੍ਹ 'ਚ, ਫਿਰੋਜ਼ਪੁਰ ਜੇਲ੍ਹ 'ਚ। ਤੇ ਉਸ ਤੋਂ ਬਾਅਦ ਮੇਰੇ ਯਾਦ ਹੈ ਜਦੋਂ ਸਿੱਧੂ ਮੂਸੇਵਾਲੇ ਦਾ ਕੇਸ ਹੁੰਦਾ ਤੇ ਅਸੀਂ ਲਗਾਤਾਰ ਪ੍ਰੋ ਪੰਜਾਬ ਉੱਥੋਂ ਗਰਾਊਂਡ ਰਿਪੋਰਟ ਕਰ ਰਿਹਾ ਸੀ ਤੇ ਸਭ ਤੋਂ ਪਹਿਲੀ ਗ੍ਰਿਫਤਾਰੀ ਮਨਪ੍ਰੀਤ ਭਾਊ ਦੀ ਪੈਂਦੀ ਹੈ। ਦੂਜੇ ਨੰਬਰ ਤੇ ਸਭ ਤੋਂ ਪਹਿਲਾਂ ਲਿਆਂਦਾ ਜਾਂਦਾ ਹੈ ਮਨਪ੍ਰੀਤ ਮੰਨਾ ਪ੍ਰੋਡਕਸ਼ਨ ਬ੍ਰਾਂਡ ਤੇ ਬਠਿੰਡੇ ਜੇਲ੍ਹ ਤੋਂ। ਤੇ ਇਸ ਤੋਂ ਇਲਾਵਾ ਇੱਕ ਸੰਦੀਪ ਕੇਕੜਾ ਦਾ ਵੀ ਇਸ ਨੂੰ ਜਿਹੜਾ ਇਸ ਦੇ ਵਿੱਚ ਦੋਸ਼ੀ ਬਣਾਇਆ ਗਿਆ, ਉਸ ਦੇ ਖਿਲਾਫ ਵੀ ਚਾਰਜਸ਼ੀਟ ਫਾਈਲ ਹੋਈ ਹੈ। ਬਿਲਕੁਲ ਦੇਖੋ ਜੇ ਗੱਲ ਕਰੀ ਸੰਦੀਪ ਕੇਕੜਾ ਦੀ ਤਾਂ ਰਾਹੁਲ, ਸੰਦੀਪ ਕੇਕੜਾ ਇੱਕ ਅਜਿਹਾ ਸ਼ਖਸ ਹੈ ਜਿਸ ਦੀ ਰਿਸ਼ਤੇਦਾਰੀ ਹੈ ਕਾਲਣੀ ਪਿੰਡ ਤੋਂ ਸੰਬੰਧ ਰੱਖਦਾ ਪਿੱਛੋਂ। ਉਸਦੀ ਰਿਸ਼ਤੇਦਾਰੀ ਹੈਗੀ ਮੂਸੇ ਪਿੰਡ। ਮੂਸਾ ਪਿੰਡ ਉਹ ਮਾਮੇ ਉਸਦੇ ਨਾਨਕੇ ਨੇ, ਸ਼ਾਇਦ ਨਾਨਕੇ ਨੇ ਉਸਦੇ ਮੂਸਾ ਪਿੰਡ, ਤੇ ਉਹ ਉੱਥੇ ਆਇਆ ਹੋਇਆ ਸੀ। ਕਹਿੰਦੇ 3-4 ਦਿਨ ਦਾ ਆਇਆ ਹੋਇਆ ਸੀ। ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਕਹਿੰਦੇ 3-4 ਦਿਨ ਤੋਂ ਮੂਸੇ ਪਿੰਡ ਹੀ ਰਹਿ ਰਿਹਾ ਸੀ ਕਿ ਕੋਈ ਕਦੋਂ ਵੀ ਟਾਈਮ ਮਿਲਦਾ ਤਾਂ ਉਹ ਅੱਗੇ, ਕਿਉਂਕਿ ਟੱਚ ਸੀ ਗੋਲਡੀ ਬਰਾੜ ਦੇ, ਉਹ ਫੋਨ ਤੇ ਲਗਾਤਾਰ ਕੰਟੈਕਟ ਕਰ ਰਹੇ ਸੀ ਇਹ। ਤੇ ਉਸ ਤੋਂ ਬਾਅਦ ਸੰਦੀਪ ਕੇਕੜਾ ਨੇ ਕਹਿੰਦੇ ਰੈਕੀ ਕੀਤੀ। ਸੰਦੀਪ ਕੇਕੜਾ ਇਹ ਵੀ ਲਿਖਦਾ ਕਿ ਮੇਰੇ ਕੋਲ ਚਾਰਜ ਸ਼ੀਟ ਦੇ ਵਿੱਚ ਲਿਖਿਆ ਹੋਇਆ ਕਿ ਸੰਦੀਪ ਕੇਕੜਾ ਦੱਸਦਾ ਜੋ ਪੁੱਛਗਿੱਛ ਹੁੰਦੀ ਹੈ ਕਿ ਮੇਰੇ ਕੋਲ 32 ਬੋਰ ਦਾ ਪਿਸਟਲ ਵੀ ਸੀ। ਤੇ ਹਾਂ, ਇਸ ਦੇ ਨਾਲ ਹੀ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹੁੰਦਾ ਸੰਦੀਪ ਕੇਕੜੇ ਦਾ। ਪੁਲਿਸ ਨੇ ਜਦੋਂ ਇਸ ਨੂੰ ਫੜਿਆ ਸੀਸੀਟੀਵੀ ਦੇ ਵਿੱਚ ਤਾਂ ਸੰਦੀਪ ਕੇਕੜਾ ਨੇ ਇਹ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਮੈਂ ਜਦੋਂ ਜਾਣਾ ਸੀ ਰੇਕੀ ਕਰਨ ਤਾਂ ਮੇਰੇ ਕੋਲ ਵੀ 32 ਬੋਰ ਦੀ ਪਿਸਟਲ ਸੀ। 32 ਬੋਰ ਦੀ ਪਿਸਟਲ ਮੈਂ ਇਸ ਕਰਕੇ ਨਹੀਂ ਨਾਲ ਲੈ ਗਿਆ ਵੀ ਮੈਨੂੰ ਕਿਤੇ ਪੁਲਿਸ ਜਾਂ ਫਿਰ ਕਿਸੇ ਹੋਰ ਕਰਕੇ ਸਿਕਿਉਰਿਟੀ ਕਰਕੇ ਮੇਰੇ ਤੋਂ ਖੋਹੀ ਨਾ ਜਾਵੇ, ਇਸ ਕਰਕੇ ਮੈਂ ਇਨਪੁਟ ਨਹੀਂ ਦੇ ਪਾਣੀ ਸੀ ਵੀ ਸਿੱਧੂ ਜਿਹੜਾ ਘਰੋਂ ਨਿਕਲ ਗਿਆ ਜਾਂ ਫਿਰ ਨਹੀਂ ਨਿਕਲਿਆ। ਤਾਂ ਫਿਰ ਜਦੋਂ ਫੜਿਆ ਜਾਂਦਾ ਹੈ, ਕੇਕੜਾ ਫੜਿਆ ਜਾਂਦਾ ਤੇ ਫਿਰ ਪੁਲਿਸ ਜਿਹੜੀ ਹੈ ਨਿਸ਼ਾਨਦੇਹੀ ਦੇ ਉੱਪਰ 32 ਬੋਰ ਪਿਸਟਲ ਤੇ ਨਾਲ 5 ਜਿੰਦਾ ਕਾਰਤੂਸ ਫੜਦੀ ਹੈ ਤੇ ਇੱਕ ਸਿਮ ਵੀ ਹੁੰਦੀ ਹੈ ਤੇ ਨਾਲ ਮੋਬਾਈਲ ਹੁੰਦਾ ਹੈ ਤੇ ਇਸ ਤੋਂ ਇਲਾਵਾ ਕੁਝ ਕੱਪੜੇ ਵੀ ਹੁੰਦੇ ਆ ਉਹਦੇ ਜਿਹੜੇ ਉਸਨੇ ਰੇਕੀ ਦੇ ਦੌਰਾਨ ਪਾਏ ਸੀ। ਉਸ ਨੂੰ ਉਤਾਰ ਕੇ ਦੁਬਾਰਾ ਇੱਕ ਲਿਫਾਫੇ ਦੇ ਵਿੱਚ ਆਪਣੇ ਘਰ ਦੇ ਅੰਦਰ, ਜਿਹੜਾ ਉਹਦਾ ਘਰ ਹੈ, ਆਪਣੇ ਘਰ ਦੇ ਅੰਦਰ ਪੇਟੀ ਦੇ ਵਿੱਚ ਪਾ ਕੇ ਰੱਖੇ ਹੋਏ ਸੀ। ਉਸ ਦੇ ਵਿੱਚ ਬੰਦੂਕ, ਪਿਸਟਲ ਵੀ ਸੀ, ਨਾਲ ਜਿੰਦਾ ਕਾਰਤੂਸ ਵੀ ਸੀ। ਬਿਲਕੁਲ, ਕਿਉਂਕਿ ਰਾਹੁਲ ਗੱਲ ਕੀ ਹੈ, ਜਦੋਂ ਸਿੱਧੂ ਮੂਸੇਵਾਲੇ ਦੀ ਜਦੋਂ ਰੈਕੀ ਹੁੰਦੀ ਹੈ ਨਾ ਤਾਂ ਕਿਹਾ ਜਾਂਦਾ ਹੈ ਕਿ ਪਹਿਲਾਂ 2-3 ਮਹੀਨੇ ਪਹਿਲਾਂ ਵੀ ਇਹ ਰੈਕੀ ਕਰਨ ਆਏ ਹੋਏ ਸੀਗੇ 2-3 ਜਣੇ। ਉਹਨਾਂ ਦੇ ਨਾਂ ਇਹਦੇ ਵਿੱਚ ਹੁਣ ਵੀ ਲਿਖਿਆ ਹੋਇਆ ਪਵਨਦੀਪ, ਇੱਕ ਨਾਮ ਪੱਬੀ ਕਰਕੇ ਨਾਮ ਹੈਗਾ ਇੱਕ।
ਉਹ ਵੀ ਕਿਹਾ ਜਾਂਦਾ ਕਿ ਪਹਿਲਾਂ ਵੀ ਸਿੱਧੂ ਦੀ ਰੈਕੀ ਕਰ ਚੁੱਕਿਆ ਸੀਗਾ। ਤੇ ਇਹ ਵੀ ਕਿਹਾ ਜਾਂਦਾ ਕਿ ਕੇਕੜਾ ਵੀ ਜਿਹੜਾ ਇੱਕ ਦੋ ਵਾਰ ਪਹਿਲਾਂ ਆਇਆ ਸੀ, ਕਿਉਂਕਿ ਉਹ ਰਿਸ਼ਤੇਦਾਰ ਸੀ ਤਾਂ ਉਹ ਕੰਟੈਕਟ 'ਚ ਰੱਖਿਆ ਹੋਇਆ ਸੀ ਲਗਾਤਾਰ ਕਿ ਇਹਨੂੰ ਆਉਣਾ ਜਾਣਾ ਸੌਖਾ ਹੈ, ਕਿਉਂਕਿ ਮੂਸੇ ਪਿੰਡ ਕੇਕੜੇ ਨੂੰ ਆਉਣਾ ਜਾਣਾ ਸੌਖਾ ਸੀ ਕਿਉਂਕਿ ਰਿਸ਼ਤੇਦਾਰ ਹੈ ਉਹਦੀ ਤਾਂ ਉੱਥੇ, ਤਾਂ ਉਹਨੂੰ ਕੋਈ ਦਿੱਕਤ ਨਹੀਂ ਸੀ, ਰਹਿਣ ਦੀ ਵੀ ਕੋਈ ਦਿੱਕਤ ਨਹੀਂ ਸੀ, ਉਹ ਆਪਦੇ ਰਿਸ਼ਤੇਦਾਰਾਂ ਦੇ ਘਰ ਰਹਿ ਪੈਂਦਾ ਸੀਗਾ। ਤੇ ਇੱਕ ਹੋਰ ਨਾਮ ਹੈ ਚਰਨਜੀਤ ਸਿੰਘ ਚੇਤਨ, ਤਾਂ ਉਸ ਦਾ ਵੀ ਜਿਹੜਾ ਹੈ ਕਾਫੀ ਰੋਲ ਰਿਹਾ ਹੈ ਇਸ ਪੂਰੇ ਘਟਨਾਕ੍ਰਮ ਦੇ ਵਿੱਚ। ਗੱਡੀਆਂ ਨੂੰ ਜਿਹੜੀਆਂ ਜਾਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸੀ, ਉਸ ਬਾਰੇ ਵੀ ਥੋੜਾ। ਹਾਂ ਬਿਲਕੁਲ ਰਾਹੁਲ, ਕਿਉਂਕਿ ਚਰਨਜੀਤ ਕਿਹਾ ਜਾਂਦਾ ਕਿ ਚਰਨਜੀਤ ਗੱਡੀ ਦੇ ਲਈ ਅਲੱਗ ਮੋਡਿਊਲ ਵਰਤੇ ਗਏ ਤੇ ਇੰਨੀ ਮਤਲਬ ਜਿਹੜੀ ਹੈ ਕਨਸਪੀਰੈਂਸੀ ਰਚੀ ਗਈ, ਦੇਖ ਸਕਦੇ ਆਪਾਂ ਕਿ ਕਿਉਂਕਿ 1800 ਪੰਨਿਆਂ ਤੋਂ ਉੱਪਰ ਦੀ ਚਾਰਜ ਸ਼ੀਟ ਕਿਹਾ ਜਾਂਦਾ ਕਿ 1800 ਤੋਂ ਉੱਪਰ ਦੀ ਚਾਰਜ ਸ਼ੀਟ ਬਣਦੀ ਹੈ ਟੋਟਲ ਜਿਹੜਾ ਚਲਾਨ ਪੇਸ਼ ਹੋਇਆ ਹੈਗਾ। ਤਾਂ ਉਹ ਇੰਨੀ ਕਿਉਂ ਬਣਦੀ ਹੈ ਕਿਉਂਕਿ ਇਸ ਦੇ ਵਿੱਚ ਗਵਾਹ ਬਹੁਤ ਨੇ, ਇਸ ਦੇ ਵਿੱਚ ਇਨਵੋਲਵਮੈਂਟ ਦੋਸ਼ੀਆਂ ਦੀ ਬਹੁਤ ਹੈ, ਕਿੱਥੋਂ ਕਿਵੇਂ ਗਰੁੱਪ ਚੱਲੇ, ਕਿੱਥੋਂ ਕਿਵੇਂ। ਕਈ ਗਰੁੱਪ ਤਾਂ ਇਹ ਸੀ ਜਿਨ੍ਹਾਂ ਨੇ ਸਿਰਫ ਰੈਕੀ ਕਰਨੀ ਸੀ, ਇੱਕ ਗਰੁੱਪ ਇਹ ਸੀ ਜਿਹਨੇ ਸਿਰਫ ਹਥਿਆਰ ਹੀ ਦੇਣੇ ਸੀ, ਤੇ ਕਈ ਵੀ ਸੀ ਗਰੁੱਪ ਜਿਹਨੇ ਹਥਿਆਰ ਸਪਲਾਈ ਕਿਵੇਂ ਕਰਨੇ ਨੇ। ਉਹਦੇ ਵਿੱਚ ਸਰਬਜੀਤ ਦੀ ਫੋਰਚੂਨਰ ਆਉਂਦੀ ਹੈਗੀ ਤੇ ਕਹਿੰਦਾ ਕਿ ਉਹ ਫੋਰਚੂਨਰ ਦੇ ਵਿੱਚ ਸਪਲਾਈ ਹੋਏ ਹਥਿਆਰ। ਤਾਂ ਹੁਣ ਜਿਹੜਾ ਚਰਨਜੀਤ ਸੀ, ਚਰਨਜੀਤ ਦਾ ਇਹੀ ਸੀ ਕੇਸ਼ਵ ਦਾ ਕਿ ਇਸਨੇ ਜਿਹੜਾ ਕੇਸ਼ਵ ਨੂੰ ਇਸਨੇ ਬਲੈਰੋ ਗੱਡੀ ਦੇ ਉੱਪਰ ਨੰਬਰ ਪਲੇਟਾਂ ਲਵਾ ਕੇ ਦਿੱਤੀਆਂ, ਕਿਉਂਕਿ ਬਲੈਰੋ ਗੱਡੀ ਕਿਸੇ ਦੀ ਸੀ, ਉਹ ਮਨਪ੍ਰੀਤ ਭਾਊ ਕਰਕੇ ਦਿੰਦਾ ਹੈ। ਮਨਪ੍ਰੀਤ ਭਾਊ ਖੁਦ ਭਾਗੀ ਬਾਂਦਰਦਾ ਹੈ, ਉਹ ਪਤਾ ਨਹੀਂ ਅੱਗੇ ਕਿਸ ਦੀ ਡਿਊਟੀ ਲਾਉਂਦਾ ਹੋਊਗਾ ਕਿ ਮੈਨੂੰ ਬਲੈਰੋ ਚਾਹੀਦੀ ਹੈ, ਤਾਂ ਉਹ ਬਲੈਰੋ ਗੈਂਗਸਟਰਾਂ ਤੱਕ ਸ਼ੂਟਰਾਂ ਤੱਕ ਮੁਹੱਈਆ ਕਰਵਾਈ ਗਈ, ਉਸ ਦੀਆਂ ਨੰਬਰ ਪਲੇਟਾਂ ਵਾਲੀਆਂ ਗਈਆਂ। ਤਾਂ ਚਰਨਜੀਤ ਨੇ ਜਿਹੜਾ ਸਾਰਾ ਕੰਮ ਇਹੀ ਕੀਤਾ ਕਿ ਨੰਬਰ ਪਲੇਟਾਂ ਚੇਂਜ ਕੀਤੀਆਂ, ਉਸ ਤੋਂ ਬਾਅਦ ਕੇਸ਼ਵ ਨਾਂ ਦੇ ਮੁੰਡੇ ਨੂੰ ਬਲੈਰੋ ਦਿੱਤੀ। ਤਾਂ ਇੱਕ ਪਵਨ ਕੁਮਾਰ ਬਿਸ਼ਨੋਈ, ਇਹ ਵੀ ਕਾਫੀ ਚਰਚਾ ਦੇ ਵਿੱਚ ਰਿਹਾ, ਪੁਲਿਸ ਨੇ ਇਸ ਦੀ ਵੀ ਕਾਫੀ ਤਫਤੀਸ਼ ਦੇ ਵਿੱਚ ਲਗਾਤਾਰ ਜੁੜੀ ਰਹੀ ਹੈ, ਤੇ ਇਸ ਦੇ ਬਾਰੇ ਵੀ ਕਿਹਾ ਜਾਂਦਾ ਵੀ ਦੇਖਿਆ ਜਾਵੇ ਤਾਂ ਰੋਲ ਕੀ ਰਿਹਾ ਮੇਨ ਇਹਦਾ। ਹਾਂ ਬਿਲਕੁਲ ਰਾਹੁਲ, ਜਿਹੜਾ ਪਵਨ ਕੁਮਾਰ ਬਿਸ਼ਨੋਈ ਹੈ, ਪਵਨ ਕੁਮਾਰ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਹੀ ਗਰੁੱਪ ਦਾ ਬੰਦਾ ਤੇ ਉਹਨਾਂ ਦਾ ਰਿਸ਼ਤੇਦਾਰ ਵੀ ਹੈ। ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਪਵਨ ਕੁਮਾਰ ਨੇ ਪਹਿਲਾਂ ਵੀ ਰੈਕੀਆਂ ਕੀਤੀਆਂ, ਜਦੋਂ 2022 ਦੇ ਵਿਧਾਨ ਸਭਾ ਚੋਣਾਂ ਸੀ ਉਦੋਂ ਮਾਰਨਾ ਸੀ ਸਿੱਧੂ ਮੂਸੇਵਾਲਾ, ਇਹਨਾਂ ਨੇ ਬਣਾਇਆ ਹੋਇਆ ਸੀ ਪਲਾਨ, ਤਾਂ ਉਦੋਂ ਵੀ ਉਹ ਰੈਕੀਆਂ ਦੇ ਵਿੱਚ ਸ਼ਾਮਲ ਸੀ। ਤਾਂ ਪੁਲਿਸ ਨੇ ਕੜੀਦਾਰ ਕੜੀ, ਕਿਉਂਕਿ ਜਦੋਂ ਇੱਕ ਪੁਲਿਸ ਨੂੰ ਸੂਹ ਮਿਲਦੀ ਗਈ ਇੱਕ ਚੀਜ਼ ਦੀ, ਇੱਕ ਪਾਸੇ ਪੁਲਿਸ ਹੋਣ ਲੱਗੀ, ਤਾਂ ਪੁਲਿਸ ਨੇ ਕੀ ਕੀਤਾ, ਹਰੇਕ ਪੁੱਛਗਿੱਛ ਦੇ ਮਾਮਲੇ ਵਿੱਚ ਕੋਈ ਛੋਟੇ ਤੋਂ ਛੋਟਾ ਸ਼ਖਸ ਵੀ ਪੁਲਿਸ ਨੇ ਛੱਡਿਆ ਨਹੀਂ, ਕਿਉਂਕਿ ਕੇਸ ਬਹੁਤ ਵੱਡਾ ਸੀ। ਪੁਲਿਸ ਨੂੰ ਸੀ ਕਿ ਪਤਾ ਨਹੀਂ ਕਿਸ ਦੇ ਕੋਲੋਂ ਕੀ ਗੱਲ ਨਿਕਲ ਆਵੇ, ਕਿਉਂਕਿ ਪੁਲਿਸ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੀ ਸੀ ਕਿਸੇ ਵੀ ਜਗ੍ਹਾ ਤੇ, ਕਿਉਂਕਿ ਹਾਲਾਤ ਇੰਨੇ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਸੀ। ਮੇਰੇ ਅੱਜ ਵੀ ਯਾਦ ਆ ਰਾਹੁਲ, ਜਦੋਂ ਮੰਨ ਲਓ ਸਿੱਧੂ ਮੂਸੇ ਖਬਰ ਆਉਂਦੀ ਹੈ ਤਾਂ ਉਸ ਤੋਂ ਬਾਅਦ ਮਾਨਸਾ ਜ਼ਿਲ੍ਹਾ, ਮਾਨਸਾ ਸ਼ਹਿਰ ਧਰਨੇ ਲੱਗਣ ਲੱਗੇ ਸੀ ਉੱਥੇ। ਸਾਰਾ ਰਾਤ ਨੂੰ 11:30-12 ਵਜੇ ਦੇ ਕਰੀਬ ਸਮਾਂ ਸੀ ਜਦੋਂ ਸਾਰੇ ਲੋਕ ਜਿਹੜੇ ਸੜਕਾਂ ਤੇ ਆ ਗਏ ਸੀ ਮਾਨਸਾ। ਤਾਂ ਇਸ ਤੋਂ ਇਲਾਵਾ ਨਸੀਬਦੀਨ ਦਾ ਵੀ ਕਾਫੀ ਰੋਲ ਰਿਹਾ ਇਸ ਘਟਨਾਕ੍ਰਮ ਦੇ ਵਿੱਚ, ਕਿਉਂਕਿ ਗੱਡੀ ਜਿਹੜੀ ਹੈ ਮੁਹੱਈਆ ਕਰਵਾਉਣੀ, ਰਾਜਸਥਾਨ ਤੋਂ ਲੈ ਕੇ ਆਣੀ, ਇਹ ਪੂਰਾ ਕੀ ਸੀ ਘਟਨਾਕ੍ਰਮ? ਐਕਚੁਅਲੀ ਗੱਲ ਕੀ ਹੈ, ਕਹਿੰਦੇ ਕਿ ਫਤਿਆਬਾਦ ਫਰਵਰੀ ਦੇ ਵਿੱਚ ਫਤਿਆਬਾਦ ਤੋਂ ਪੰਜਾਬ ਆ ਗਈ ਸੀ ਬਲੈਰੋ ਗੱਡੀ, ਜਿਹੜੀ ਇਨਪੁਟ ਨੇ ਪੁਲਿਸ ਦੀਆਂ, ਕਿਉਂਕਿ ਅਸੀਂ ਵੀ ਲਗਾਤਾਰ ਆਪਣੇ ਸੋਰਸ ਨਾਲ ਗੱਲਬਾਤ ਕਰਦੇ ਰਹਿੰਦੇ ਸੀ। ਤਾਂ ਉਸ ਦੌਰਾਨ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਕਿ ਫਰੀਦਾਬਾਦ ਤੋਂ ਬਲੈਰੋ, ਪਹਿਲਾਂ ਫਰੀਦਾਬਾਦ ਦੇ ਫਰੀਦਾਬਾਦ ਦੀ ਵੀ CCTV ਸਾਹਮਣੇ ਆਉਂਦੀ ਹੈ, ਫਰੀਦਾਬਾਦ ਦੇ ਪੰਪ ਤੋਂ ਤੇਲ ਪਾਉਂਦੇ ਨੇ, ਤੇ ਉਦੋਂ ਕਸ਼ਿਸ਼ ਇੱਕ CCTV ਦੇ ਵਿੱਚ ਆਉਂਦਾ, ਕਸ਼ਿਸ਼ ਨਾਂ ਦਾ ਸ਼ਖਸ। ਤੇ ਇਹ ਵੀ ਕਿਹਾ ਜਾਂਦਾ ਕਿ ਫਰੀਦਾਬਾਦ ਤੋਂ ਪੰਜਾਬ ਫਰਵਰੀ ਦੇ ਪਹਿਲੇ ਹਫ਼ਤੇ ਤਕਰੀਬਨ 7-8 ਤਰੀਕ ਤੱਕ ਪੰਜਾਬ ਪਹੁੰਚ ਚੁੱਕੀ ਸੀ ਬਲੈਰੋ। ਕਿਉਂਕਿ ਰਾਹੁਲ, ਜਦੋਂ ਅਸੀਂ ਕੇਸ ਨੂੰ ਕਵਰ ਕੀਤਾ ਤਾਂ ਉਸਦੇ ਪਿੰਡ ਵਾਲਿਆਂ ਨਾਲ ਉਹਨਾਂ ਨਾਲ ਜੋ ਗੱਲਾਂ ਬਾਤਾਂ ਕੀਤੀਆਂ, ਤਾਂ ਉਦੋਂ ਵੀ ਇਹ ਸੁਣਨ 'ਚ ਆਇਆ ਕਿ ਬਲੈਰੋ ਇੱਕ ਹਫ਼ਤਾ, ਉਹ ਜਦੋਂ ਸਿੱਧੂ ਮੂਸੇਵਾਲੇ 29 ਤਰੀਕ ਨੂੰ ਕਤਲ ਹੁੰਦਾ, ਪਰ ਉਹ ਹਫ਼ਤਾ ਕਹਿੰਦੇ ਬਲੈਰੋ ਉਹਨਾਂ ਦੇ ਹਵੇਲੀ ਦੇ ਆਸੇ-ਪਾਸੇ ਰਹਿੰਦੀ ਸੀ। ਉਹਨਾਂ ਪਿੰਡ ਵਾਲਿਆਂ ਦਾ ਇਹ ਖੁਦ ਕਹਿਣਾ ਹੈ ਕਿ ਸਾਨੂੰ ਉਦੋਂ, ਕਿਉਂਕਿ ਉਦੋਂ ਨਹੀਂ ਪਤਾ ਹੁੰਦਾ, ਉਦੋਂ ਇਹ ਹੁੰਦਾ ਕਿ ਕਿਉਂਕਿ ਲੱਖਾਂ ਹੀ ਚਾਹੁਣ ਵਾਲੇ ਸਿੱਧੂ ਮੂਸੇਵਾਲੇ ਨੂੰ ਆਉਂਦੇ ਰਹਿੰਦੇ ਸੀ, ਹਵੇਲੀ ਦੇ ਦਰਵਾਜ਼ੇ ਹਰੇਕ ਲਈ ਖੁੱਲ੍ਹੇ ਸੀ, ਤਾਂ ਉਦੋਂ ਵੀ ਗੱਡੀਆਂ ਆਉਣਾ ਜਾਣਾ ਸੀ, ਤੇ ਉਦੋਂ ਕਹਿੰਦੇ ਸਭ ਤੋਂ ਪਹਿਲਾਂ ਗੱਡੀ ਦੇਖੀ ਗਈ ਸੀ। ਤਾਂ ਬਿਲਕੁਲ ਇਹ ਗੱਡੀ ਜਿਹੜੀ ਹੈ, ਇਸ ਗੱਡੀ ਤੋਂ ਹੀ ਪੁਲਿਸ ਜਿਹੜੀ ਹੈ ਸ਼ਾਰਪ ਸ਼ੂਟਰਾਂ ਤੱਕ ਪਹੁੰਚਦੀ ਹੈ, ਜਾਂ ਉਹਨਾਂ ਦੇ ਚਿਹਰੇ ਜਿਹੜੇ ਸਾਹਮਣੇ ਆਉਂਦੇ ਨੇ, ਕਿਉਂਕਿ ਬਲੈਰੋ ਗੱਡੀ ਦੇ ਵਿੱਚੋਂ ਇੱਕ ਪੈਟਰੋਲ ਪੰਪ ਦੀ ਪਰਚੀ ਮਿਲਦੀ ਹੈ, ਉਸ ਪਰਚੀ ਦੀ ਉੱਪਰ ਹੀ ਟਾਈਮ ਦਿਖਾਇਆ ਜਾਂਦਾ, ਫਿਰ ਉਸ ਟਾਈਮ ਤਰੀਕ ਦੇ ਉੱਪਰ ਫਤਿਆਬਾਦ ਪੈਟਰੋਲ ਪੰਪ ਤੋਂ CCTV ਫੁਟੇਜ ਕੱਢੀ ਜਾਂਦੀ ਹੈ, ਤੇ ਫਿਰ ਫੋਟੋਆਂ ਜਿਹੜੀਆਂ ਜ਼ਾਹਰ ਹੁੰਦੀਆਂ। ਫਿਰ ਇਸ ਤੋਂ ਇਲਾਵਾ ਹੁਣ ਮੋਨੂ ਡਾਗਰ ਦਾ ਫਿਰ ਕੀ ਰੋਲ? ਮੋਨੂ ਡਾਗਰ ਦੀ ਦੇਖੀਏ, ਮੋਨੂ ਡਾਗਰ ਹਿਸਟਰੀ ਦੱਸਣੀ ਚਾਹਾਂਗੇ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਾਂ। ਮੋਨੂ ਡਾਗਰ ਕੌਣ ਹੈ? ਮੋਨੂ ਡਾਗਰ ਰਾਣਾ ਕੰਧੋਵਾਲੀ ਦਾ ਕਤਲ ਹੁੰਦਾ ਹੈ। ਰਾਣਾ ਕੰਧੋਵਾਲੀਆ ਨਾਮ ਆਉਂਦਾ ਜੱਗੂ ਭਵਾਨਪੁਰੀ ਦਾ, ਕਿ ਜੱਗੂ ਭਵਾਨਪੁਰੀ ਨੇ ਰਾਣਾ ਕੰਧੋਵਾਲੀ ਦਾ ਕਤਲ ਕਰਵਾਇਆ ਸੀ। ਤੇ ਉਸ ਤੋਂ ਬਾਅਦ ਰਾਣਾ ਕੰਧੋਵਾਲੀਆ ਕਹਿੰਦਾ ਕਿ ਹਸਪਤਾਲ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦਾ ਕਿਸੇ ਦਾ ਪਤਾ ਲੈਣ ਆਇਆ ਹੋਇਆ ਸੀ, ਪਰ ਹਸਪਤਾਲ ਦੇ ਬਾਹਰ ਨਿਕਲਦੇ ਸਾਰ ਉਹਨੂੰ
ਭੁੰਨ ਦਿੱਤਾ ਜਾਂਦਾ ਗੋਲੀਆਂ ਨਾਲ। ਤਾਂ ਉਹ ਜੋ ਸ਼ੂਟਰ ਸੀ ਉਹਦੇ ਵਿੱਚ ਮੋਨੂ ਡਾਗਰ ਵੀ ਸ਼ੂਟਰ ਸੀ। ਜਦੋਂ ਰਾਣਾ ਕੰਧੋਵਾਲੀਆ ਮਾਰਿਆ ਤੇ ਮੋਨੂ ਡਾਗਰ ਉਦੋਂ ਸੀ। ਇਹ ਉਹੀ ਗੱਲ ਹੈ ਰਾਹੁਲ ਕਿ ਮੋਡਿਊਲ ਕਿਵੇਂ ਬਣਾਏ ਗਏ। ਹਰੇਕ ਬੰਦੇ ਤੋਂ ਕਿਹਾ ਗਿਆ ਕਿ ਕਿਸੇ ਦੀ ਡਿਊਟੀ ਲਗਾਈ ਗਈ ਕਿ ਫਲਾਨਿਆਂ ਤੂੰ ਇਹ ਕਰਦੀ, ਫਲਾਨਿਆਂ ਤੂੰ ਇਹ ਕਰਦੀ। ਤਾਂ ਜੱਗੂ ਭਵਾਨਪੁਰੀ ਦੀ ਵੀ ਇਸ ਦੇ ਵਿੱਚ ਡਿਊਟੀ ਲਗਾਈ ਗਈ। ਜੱਗੂ ਭਵਾਨਪੁਰੀਆ ਨੇ 2 ਸ਼ੂਟਰ ਕਰਕੇ ਦਿੱਤੇ ਸੀ, ਮਨਪ੍ਰੀਤ ਮੰਨੂ, ਜਗਰੂਪ ਰੂਪਾ। ਕਿਹਾ ਜਾਂਦਾ ਕਿ ਜੱਗੂ ਭਵਾਨਪੁਰੀ ਦੇ ਉਹ ਲਿੰਕ 'ਚ ਸੀ, ਪਹਿਲਾਂ ਵੀ ਜੱਗੂ ਭਵਾਨਪੁਰੀ ਦੇ ਨਾਲ ਜੁੜੇ ਰਹੇ ਸੀ, ਉਹਦੇ ਲਈ ਕੰਮ ਕਰਦੇ ਰਹੇ। ਤੇ 2 ਹੀ ਜਿਹੜੇ ਆ ਲਾਰੈਂਸ ਬਿਸ਼ਨੋਈ ਨੇ ਲੈ ਕੇ ਦਿੱਤੇ ਸੀ। ਬਿਲਕੁਲ। ਤਾਂ ਹੁਣ ਅੱਗੇ ਬਿਸ਼ਨੋਈ ਦਾ ਜ਼ਿਕਰ ਵੀ ਕੀਤਾ ਹੋਇਆ ਕਿਉਂਕਿ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਜਿਹੜਾ ਹੈ ਮਾਸਟਰਮਾਈਂਡ ਤਾਂ ਚਲੋ ਗੋਲਡੀ ਬਰਾੜ ਨੂੰ ਬਣਾਇਆ ਹੋਇਆ। ਸ਼ੁਰੂਆਤ ਦੇ ਵਿੱਚ ਦਿੱਲੀ ਪੁਲਿਸ ਨੇ ਵੀ ਕਿਹਾ ਸੀ ਕਿ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੈ। ਫਿਰ ਪੰਜਾਬ ਪੁਲਿਸ ਦੀ ਜਾਂਚ ਵੀ ਜਿਹੜੀ ਇਸ ਦੇ ਉੱਪਰ ਹੀ ਘੇਰੇ ਦੇ ਉੱਪਰ ਰਹੀ ਹੈ। ਤਾਂ ਹੁਣ ਇਸ ਪੂਰੇ ਚਾਰਜਸ਼ੀਟ ਦੇ ਵਿੱਚ ਕਿਹੜੇ ਪੁਆਇੰਟ ਹੈ ਜੱਗੂ ਬਿਸ਼ਨੋਈ ਨੂੰ ਲੈ ਕੇ? ਲਾਰੈਂਸ ਬਿਸ਼ਨੋਈ ਤਾਂ ਮੇਨ ਜੇ ਗੱਲ ਕਰੀਏ ਰਾਹੁਲ, ਲਾਰੈਂਸ ਬਿਸ਼ਨੋਈ ਕਹਿੰਦਾ ਕਿ ਜਦੋਂ ਸੂਤਰਧਾਰ ਨੇ ਇਹ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ, ਇਹਨਾਂ ਨੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਸਾਰੀ ਸਾਜ਼ਿਸ਼ ਬਣਾਈ, ਸਾਰੀ ਜਿਹੜੀ ਆ ਪਲੈਨਿੰਗ ਕੀਤੀ ਪ੍ਰੋਪਰ ਤਰੀਕੇ ਨਾਲ ਕਿ ਕਿਵੇਂ ਅਸੀਂ ਮਾਰਨਾ, ਕਿਵੇਂ ਅਸੀਂ ਲੈ ਕੇ ਜਾਣਾ ਹੈ। ਕਿਉਂਕਿ ਜਦੋਂ ਪਤਾ ਲੱਗਦਾ ਹੈ ਕਿ ਇੱਥੋਂ ਤੱਕ ਦਾ ਪਲਾਨ ਵੀ ਸੀ ਕਿ ਜੇ ਕਦੇ ਸਿੱਧੂ ਮੂਸੇਵਾਲਾ ਗੋਲੀਆਂ ਤੋਂ ਬਚ ਜੇ, ਕਿਉਂਕਿ ਬੁਲਟ ਪ੍ਰੂਫ ਗੱਡੀ ਹੁੰਦੀ ਸੀ, ਤੇ ਹੈਂਡ ਗ੍ਰਨੇਡ ਵੀ ਬਰਾਮਦ ਹੋਏ ਸੀ। ਦਿੱਲੀ ਸਪੈਸ਼ਲ ਸੈੱਲ ਜਦੋਂ ਸਾਡੇ ਸੰਪਾਦਕ ਯਾਦਵਿੰਦਰ ਉਹਨਾਂ ਨੇ ਇੰਟਰਵਿਊ ਕਰੀ ਸੀ ਹਰਗੋਬਿੰਦ ਸਿੰਘ ਧਾਲੀਵਾਲ ਉਹਨਾਂ ਦੇ ਨਾਲ, ਉਹਨਾਂ ਨੇ ਕਿਹਾ ਕਿ 7 ਹੈਂਡ ਗ੍ਰਨੇਡ ਬਰਾਮਦ ਹੋਏ ਨੇ ਕਿ ਸਿੱਧੂ ਦੀ ਗੱਡੀ ਨੂੰ ਵੀ ਉਡਾ ਸਕਦੇ ਸੀ ਉਹ। ਤਾਂ ਜਦੋਂ ਇੰਨਾ ਸੰਗੀਨ ਜਿਹੜਾ ਇਹਨਾਂ ਨੇ ਆਰੋਪ ਕਰਨਾ ਸੀ, ਇੰਨਾ ਸੰਗੀਨ ਜਿਹੜਾ ਕੰਮ ਨੂੰ ਸਿਰੇ ਚਾੜਨਾ ਸੀ, ਤਾਂ ਲਾਰੈਂਸ ਬਿਸ਼ਨੋਈ ਨੇ ਜਿਹੜੇ ਆ ਪ੍ਰਿਆਵਰਤ ਫੌਜੀ ਅੰਕਿਤ ਸੇਰਸਾ, ਉਹ ਲਾਰੈਂਸ ਬਿਸ਼ਨੋਈ ਦੇ ਗੁਰਗਿਰ ਸੀ ਉਹ। ਕਿਉਂਕਿ ਹਰਿਆਣਾ ਬੇਸਡ ਨੇ ਤੇ ਦਿੱਲੀ ਤੇ ਹਰਿਆਣਾ ਬੇਸਡ ਜਿਹੜਾ ਮੋਡਿਊਲ ਹੈ ਦਿੱਲੀ ਦੀ ਤਿਹਾੜ ਜੇਲ੍ਹ 'ਚ ਖੁਦ ਬੈਠਾ ਲਾਰੈਂਸ ਬਿਸ਼ਨੋਈ। ਤਾਂ ਕਹਿੰਦੇ ਨੇ ਕਿ ਲਾਰੈਂਸ ਬਿਸ਼ਨੋਈ ਨੇ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਇਹ ਦੀਪਕ ਮੁੰਡੀ ਵਰਗੇ ਜਿਹੜੇ 3 ਸੀ, ਇਹ ਕਰਕੇ ਦਿੱਤੇ ਸੀਗੇ ਸ਼ੂਟਰ। ਤਾਂ ਬਿਲਕੁਲ ਇਹਨਾਂ ਦਾ ਇਹ ਵੀ ਹੈਗਾ ਵੀ ਜਿੱਦਾਂ ਲਾਰੈਂਸ ਬਿਸ਼ਨੋਈ ਹੋ ਗਿਆ, ਫਿਰ ਅਨਮੋਲ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਇਹਨਾਂ ਨੇ ਸਾਰਾ ਘਟਨਾਕ੍ਰਮ ਜਿਹੜਾ ਹੈ ਇੱਕ ਜਿਹੜਾ ਕਹਿੰਦੇ ਖਾਕਾ ਤਿਆਰ ਕਰਕੇ ਗੋਲਡੀ ਬਰਾੜ ਨੂੰ ਦਿੱਤਾ। ਉਹਦੇ ਵਿੱਚ ਗੱਡੀਆਂ, ਹਥਿਆਰ, ਫਿਰ ਗੈਂਗਸਟਰ, ਸ਼ਾਰਪ ਸ਼ੂਟਰ, ਰੇਕੀ ਕਰਨ ਵਾਲੇ ਬੰਦੇ, ਇਹ ਸਾਰੇ ਜਿਹੜੇ ਹੈ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਕੀਤੇ ਹੈ। ਤਾਂ ਅਗਲਾ ਨਾਮ ਆਉਂਦਾ ਇੱਕ ਮਨਮੋਹਨ ਸਿੰਘ ਉਰਫ ਮੋਨਾ, ਜਿਹਨੂੰ 11ਵੇਂ ਨੰਬਰ ਦੇ ਉੱਪਰ ਰੱਖਿਆ ਹੋਇਆ। ਔਰ ਇਸ ਦਾ ਜਿਹੜਾ ਹੈਗਾ ਹੈ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਕੀ ਕੋਈ ਇਹਦੇ ਪੁਆਇੰਟ ਰਹੇ ਨੇ? ਦੇਖੋ ਰਾਹੁਲ, ਕਿੱਡੀ ਟ੍ਰੈਜਡੀ ਹੈ ਕਿ ਜੋ ਮਨਮੋਹਨ ਸਿੰਘ ਉਰਫ ਮੋਨਾ ਨਾਮ ਲਿਆ ਤੁਸੀਂ ਹੈ ਨਾ, ਇਹ ਸ਼ੂਟਰ, ਇਹ ਮਤਲਬ ਇਹ ਪਨਾਹ ਦੇਣ ਵਾਲਾ ਹੈ ਬੇਸਿਕਲੀ। ਇਹਦਾ ਆਰੋਪ ਇਹ ਹੈ ਕਿ ਇਹਨੇ ਪਨਾਹ ਦਿੱਤੀ ਖੁਦ, ਕਿਉਂਕਿ ਰੱਲੀ ਪਿੰਡ ਤੋਂ ਰਹਿਣ ਵਾਲਾ ਹੈ, ਬੁਢਲਾਡੇ ਦੇ ਕੋਲ ਹੀ ਪਿੰਡ ਪੈਂਦਾ ਰੱਲੀ, ਤੇ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਰਿਹਾ। ਉਦੋਂ ਲੜਾਈ ਹੋਈ ਸੀ ਇਹਨਾਂ ਦੀ ਕੋਈ, ਤੇ ਉਹਦੇ ਵਿੱਚ 307 ਦੇ ਪਰਚੇ ਦੇ ਅੰਦਰ ਇਹ ਬੁਢਲਾਡੇ ਜੇਲ੍ਹ ਦੇ ਵਿੱਚ ਬੰਦ ਸੀ। ਤੇ ਉਹ ਵੀ ਮਾਨਸਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ, ਠਹਿਰ ਦੇਣ ਵਾਲਾ ਦੁਸ਼ਮਣਾਂ ਨੂੰ, ਤੇ ਸਿੱਧੂ ਮੂਸੇਵਾਲਾ ਵੀ ਮਾਨਸਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਸੀ। ਇਹ ਇੰਨੀ ਟ੍ਰੈਜਡੀ, ਮਤਲਬ ਕਿਉਂਕਿ ਆਪਦੇ ਹੀ ਜ਼ਿਲ੍ਹੇ ਦੇ ਬੰਦੇ ਨੂੰ, ਕਿਉਂਕਿ ਕਿਹਾ ਜਾਂਦਾ ਕਿ ਮੋਹਣੇ ਨੂੰ ਸਭ ਕੁਝ ਪਤਾ ਸੀ, ਮੋਹਣੇ ਨੂੰ ਦੱਸਿਆ ਗਿਆ ਸੀ ਕਿ ਸ਼ੂਟਰ ਕੌਣ ਨੇ, ਇਹਨਾਂ ਨੇ ਕਿਹਦਾ ਕੰਮ ਕਰਨਾ ਹੈ ਤੇ ਇਹ ਕਿੰਨਾ ਚਿਰ ਇੱਥੇ ਰਹਿਣਗੇ। ਮੋਹਣੇ ਨੂੰ ਸਭ ਕੁਝ ਪਤਾ ਸੀ, ਘਰ ਦਾ ਭੇਦੀ ਨਿਕਲਿਆ। ਬਿਲਕੁਲ ਕਹਿ ਸਕਦੇ ਹਾਂ। ਤੇ ਹਾਂ ਬਿਲਕੁਲ। ਹੋਰ ਇਸ ਤੋਂ ਇਲਾਵਾ ਇੱਕ ਬਲਦੇਵ ਸਿੰਘ ਉਰਫ ਨਿੱਕੂ, ਇਹਦਾ ਜਿਹੜਾ ਹੈਗਾ ਹੈ ਸੀਸੀਟੀਵੀ ਦੇ ਵਿੱਚ ਸਭ ਤੋਂ ਪਹਿਲਾਂ ਕੈਦ ਹੋਇਆ ਸੀ। ਵੀ ਇਹ ਕਿਹਾ ਜਾਂਦਾ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਰੈਕੀ ਹੁੰਦੀ ਹੈ ਰਾਹੁਲ, ਤਾਂ ਸਿੱਧੂ ਮੂਸੇਵਾਲੇ ਦੀ ਜੋ ਰੈਕੀ ਹੁੰਦੀ ਹੈ ਉਦੋਂ ਬਲਦੇਵ ਵੀ ਵਿੱਚ ਸੀ, ਕਿਉਂਕਿ 3 ਜਾਣੇ ਕਿਹਾ ਜਾਂਦਾ ਬੇਸਿਕਲੀ ਤਾਂ ਕਿ ਰੈਕੀ ਕਰਨ ਆਏ। ਇੱਕ ਗੱਡੀ ਵੀ ਸੀ, ਇਹ ਵੀ ਕਿਹਾ ਜਾਂਦਾ ਕਿ ਇੱਕ ਬਾਈਕ ਵੀ ਸੀ। 2 ਜਾਣੇ ਬਾਈਕ ਤੇ ਆਏ, ਜਾਂ 2 ਜਾਣੇ ਬਾਈਕ ਤੇ, 2 ਜਾਣੇ ਗੱਡੀ ਚੋਂ ਸਕਦੇ ਆ। ਇੱਕ ਗੱਡੀ ਤੇ 2 ਬਾਈਕ ਸੀ, ਜਿਹੜਾ ਚਸ਼ਮਦੀਦਾਂ ਦਾ ਵੀ ਕਹਿਣਾ ਹੈ ਵੀ ਇੱਕ ਗੱਡੀ ਆਈ ਸੀ ਤੇ 2 ਜਿਹੜੇ ਬਾਈਕ ਤੇ ਆਏ ਸੀ। ਹਾਂ, ਇੱਕ ਬਿਲਕੁਲ ਜਦੋਂ ਇਹਦੇ ਆਪਾਂ ਚਾਰਜਸ਼ੀਟ ਪੜ੍ਹਦੇ ਹਾਂ ਤਾਂ ਇੱਕ ਬਿਆਨ ਦਰਜ ਨੇ ਇਹਦੇ ਵਿੱਚ, ਤੇ ਜਿਸ ਦੇ ਵਿੱਚ ਲਿਖਿਆ ਗਿਆ ਕਿ ਸਿੱਧੂ ਮੂਸੇਵਾਲੇ ਦੇ ਪਿੰਡ ਤੋਂ ਹੀ ਕੋਈ ਸ਼ਖਸ ਲਿਖਦਾ ਹੈ, ਉਹ ਕਹਿੰਦਾ ਕਿ ਮੈਂ, ਮਤਲਬ ਉਹ ਦੱਸਦਾ ਕਿ ਮੈਂ 5:15 ਦੇ ਕਰੀਬ ਉੱਥੀ ਸੀ, ਮੈਂ ਇਹਨਾਂ ਦੇ ਨੇੜੇ ਖੜਾ ਸੀ, ਥੱਲੇ ਬੈਠਾ ਹੋਇਆ ਸੀ। ਉਹ ਦੇਖਦਾ ਕਿ 3-4 ਅਣਪਛਾਤੇ ਆਉਂਦੇ ਨੇ, 2-3 ਜਾਣੇ ਅਣਪਛਾਤੇ ਆਉਂਦੇ ਨੇ, ਉਹਨਾਂ ਕੋਲ ਇੱਕ ਗੱਡੀ ਸੀ ਤੇ ਇੱਕ ਬਾਈਕ ਸੀ। ਤੇ ਉਹ ਇਹ ਵੀ ਦੱਸਦਾ ਕਿ ਕਿੱਥੇ ਗਏ ਹੋ। ਉਦੋਂ ਬਾਅਦ ਉਹ ਕਹਿੰਦਾ ਕਿ ਕਿਉਂਕਿ ਸਾਹਮਣੇ ਰੋਡ ਹੈ, ਸਾਹਮਣੇ ਜੋ ਸਿੱਧੂ ਮੂਸੇ ਹਵੇਲੀ ਦੇ ਸਾਹਮਣੇ ਇੱਕ ਰੋਡ ਹੈ, ਉਹ ਇੱਕ ਪਾਸੇ ਤਾਂ ਜਾਂਦਾ ਹੈਗਾ ਮਾਨਸਾ ਤੋਂ ਬਰਨਾਲਾ ਸਰਸਾ ਰੋਡ ਚੜ੍ਹ ਜਾਂਦਾ, ਦੂਜੇ ਪਾਸੇ ਜਾਂਦਾ ਉਹ ਤਲਵੰਡੀ ਸਾਬੋ ਕਿੰਨੀ। ਤਾਂ ਉਹ ਕਹਿੰਦਾ ਕਿ ਤਲਵੰਡੀ ਸਾਬੋ ਕਿੰਨੀ ਗਏ ਸੀਗੇ ਇਹ ਦੋਨੋਂ ਸ਼ਖਸ ਜਿਨ੍ਹਾਂ ਨੇ ਰੈਕੀ ਕਰੀ। ਤੇ ਇਹ ਵੀ ਜੇ ਆਪਾਂ ਦੇਖਦੇ ਹਾਂ ਕੇਕੜਾ ਪੜ੍ਹਦੇ ਹਾਂ ਕੇਕੜੇ ਬਾਰੇ, ਤਾਂ ਕੇਕੜੇ ਨੂੰ ਵੀ ਜਿਹੜਾ ਕਹਿੰਦਾ ਕਿ ਰੈਕੀ ਤੋਂ ਬਾਅਦ ਉਹਨੂੰ ਦੇਖਿਆ ਗਿਆ ਗੁਰੂ ਕਾਸ਼ੀ ਯੂਨੀਵਰਸਿਟੀ ਹੈ ਤਲਵੰਡੀ ਸਾਬੋ, ਉੱਥੇ ਸੀਸੀਟੀਵੀ ਫੁਟੇਜ 'ਚੋਂ ਪਹਿਲੀ ਵਾਰ ਉਹਦੀ ਫੋਟੋ ਆਉਂਦੀ ਹੈਗੀ। ਤਾਂ ਅੱਗੇ ਨਾਮ ਆ ਜਾਂਦਾ 13 ਨੰਬਰ ਤੇ ਜੱਗੂ ਭਗਵਾਨਪੁਰੀਆ ਦਾ। ਅਹਿਮ ਰੋਲ ਰਿਹਾ, ਸ਼ਾਰਪ ਸ਼ੂਟਰ ਆਪਣੇ ਮੁਹੱਈਆ ਕਰਾਏ, ਆਖਿਰਕਾਰ ਉਹਨਾਂ ਦਾ ਵੀ ਐਨਕਾਊਂਟਰ ਹੋ ਗਿਆ।
ਕਿਉਂਕਿ ਜੱਗੂ ਭਵਾਨਪੁਰੀਆ ਜਦੋਂ ਜੇ ਗੱਲ ਕਰਦੇ ਆ ਬੰਬੀਹਾ ਗੈਂਗ ਤੇ ਲਾਰੈਂਸ ਗੈਂਗ ਦੀ, ਤਾਂ ਮੁੱਖ ਸਰਗਨੇ ਦਵਿੰਦਰ ਬੰਬੀਹਾ ਸੀ ਜੋ ਮਰ ਗਿਆ, ਜਿਹਦਾ ਉਹਦਾ ਵੀ ਜਿਹੜਾ ਪੁਲਿਸ ਨੇ ਐਨਕਾਊਂਟਰ ਕੀਤਾ ਸੀਗਾ ਫੂਲ ਪਿੰਡ ਢਾਣੀਆਂ ਦੇ ਵਿੱਚ ਲੁਕਿਆ ਹੋਇਆ ਸੀ ਰਾਮਪੁਰਾ ਪੁਲ ਕੋਲੇ। ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਸ਼ਖਸ ਹੈ ਬੰਬੀਹਾ ਗੈਂਗ ਨੂੰ ਚਲਾਉਣ ਵਾਲਾ ਲੱਕੀ ਪਟਿਆਲ, ਤਾਂ ਇਹਨਾਂ ਨੂੰ ਬਾਅਦ ਚੋਂ ਮਿਲਿਆ ਅਰਮੀਨੀਆ ਦੇ। ਹਾਂ, ਉਹ ਪਹਿਲਾਂ ਬੰਬੀਹਾ ਤੇ ਸੁਪਰੀ ਬੁੱਢਾ ਸੀ ਦੋਨੇ, ਤੇ ਉਸ ਤੋਂ ਬਾਅਦ ਲੱਕੀ ਪਟਿਆਲ ਸ਼ਾਮਲ ਹੁੰਦਾ ਆ ਕੇ। ਤੇ ਲੇਕਿਨ ਜੱਗੂ ਭਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਕਿਹਾ ਜਾਂਦਾ ਕਿ ਦੋਨੋਂ ਪੱਗ ਬਟਿਆਰ ਨੇ ਬਿਲਕੁਲ। ਇੱਥੋਂ ਤੱਕ ਵੀ ਇਹ ਕਿਹਾ ਜਾਂਦਾ ਕਿ ਬਹੁਤ ਕਰੀਬੀ ਨੇ ਇੱਕ ਦੂਜੇ ਦੇ, ਤੇ ਕੋਈ ਵੀ ਕੰਮ ਕਰਨਾ ਹੈ ਤਾਂ ਦੋਨੋਂ ਇੱਕ ਦੂਜੀ ਸਲਾਹ ਲੈਂਦੇ ਨੇ ਤੇ ਦੋਨੋਂ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਕੇ ਹੀ ਕਰਦੇ ਨੇ ਕੰਮ। ਤਾਂ ਹੁਣ ਜਿਹੜਾ ਜੱਗੂ ਭਵਾਨਪੁਰੀ ਨੂੰ ਜਦੋਂ ਲਿਆਂਦਾ, ਜਿਹੜਾ ਰਿਮਾਂਡ ਤੇ ਲਿਆਂਦਾ ਪੰਜਾਬ ਪੁਲਿਸ ਨੇ, ਤਾਂ ਉਦੋਂ ਇਹ ਜਿਹੜਾ ਜੱਗੂ ਭਵਾਨਪੁਰੀ ਨੇ ਇਹੀ ਗੱਲ ਦੱਸੀ ਕਿ ਮੈਂ ਜੋ ਪੁੱਛਗਿੱਛ ਕੀਤੀ ਕਿ ਇਹਨਾਂ ਨੇ, ਜੱਗੂ ਨੇ ਦੱਸਿਆ ਕਿ 2 ਸ਼ੂਟਰ ਮੁਹੱਈਆ ਕਰਵਾਏ ਸੀ ਇਹਨੇ, ਜਗਰੂਪ ਰੂਪਾ ਤੇ ਮਨਪ੍ਰੀਤ ਮਾਨੂ। ਉਹ ਇਹਦਾ ਮੋਡਿਊਲ ਸੀਗਾ ਕਿਉਂਕਿ ਮੋਨੂ ਡਾਗਰ ਨਾਲ ਮੋਨੂ ਡਾਗਰ ਦੀ ਡਿਊਟੀ ਲਾਉਂਦਾ। ਮੋਨੂ ਡਾਗਰ ਨੂੰ ਇਹ ਪਹਿਲਾਂ ਵੀ ਇਹਨੇ ਕਿਹਾ ਸੀ ਕਿ ਮੈਂ ਰਾਣਾ ਕੰਧੂਵਾਲੀ ਨਾਲ ਮੇਰੀ ਦੁਸ਼ਮਣੀ ਹੈ ਤੇ ਉਸ ਦਾ ਜਿਹੜਾ ਮੈਨੂੰ ਸ਼ੂਟਰ ਚਾਹੀਦੇ ਨੇ। ਤਾਂ ਮੋਨੂ ਡਾਗਰ ਉਦੋਂ ਵੀ ਵਰਤਿਆ ਗਿਆ ਤੇ ਮੋਨੂ ਡਾਗਰ ਨੇ ਹੀ ਹੁਣ ਕਹਿੰਦੇ ਜਗਰੂਪ ਰੂਪਾ ਤੇ ਮਨਪ੍ਰੀਤ ਮਾਨੂ ਨਾਲ ਕੰਟੈਕਟ ਬਣਾਇਆ, ਕਿਉਂਕਿ ਲਗਾਤਾਰ ਇਹ ਆਪਦੀ ਕੜੀ ਜੁੜੀ ਹੋਈ ਸੀ। ਪਹਿਲਾਂ ਜੱਗੂ ਜਿੰਨੇ ਵੀ ਆਪਦੇ ਕੰਮ ਕਰਾਉਂਦਾ ਸੀ ਤਾਂ ਉਹਨਾਂ ਦੇ ਵਿੱਚ ਯੂਜ਼ ਕਰਦੇ ਹੀ ਸੀ ਮਨੂ ਤੇ ਰੂਪੇ ਨੂੰ। ਤਾਂ ਹਾਂ, ਤਾਂ ਬਿਲਕੁਲ ਇੱਕ ਵਾਰ ਮੈਂ ਜਿਹੜਾ ਆ ਇਹ ਸਾਰਾ ਘਟਨਾਕ੍ਰਮ ਉਹ ਦੱਸਣਾ ਚਾਹੁੰਦਾ ਹਾਂ ਕਿ ਕਿਵੇਂ ਇਹਨਾਂ ਨੇ ਜਿਹੜੀ ਹੈ ਪੂਰੀ ਰੇਕੀ ਕੀਤੀ ਹੋਈ ਸੀ, ਔਰ ਇਹ ਜਿਹੜਾ ਹੈ ਰੇਕੀ ਕਰਨ ਤੋਂ ਬਾਅਦ ਕਾਫੀ ਵੱਡਾ ਜਿਹੜਾ ਹੈ ਇਹਨਾਂ ਦਾ ਰੋਲ ਰਹਿੰਦਾ ਹੈ। ਔਰ ਇੱਕ ਦੇਖਿਆ ਜਾਵੇ ਤਾਂ ਜੱਗੂ ਭਗਵਾਨਪੁਰੀ ਦੇ ਉੱਪਰ ਜੋ ਇਸ ਚਾਰਜਸ਼ੀਟ ਦੇ ਵਿੱਚ ਲਿਖਿਆ ਹੋਇਆ, ਮੈਂ ਇੱਕ ਸਾਫ਼ ਤੌਰ ਦੇ ਉੱਪਰ ਤੁਸੀਂ ਜਿਵੇਂ ਹਿਸਟਰੀ ਦੱਸੀ ਇਹਨਾਂ ਦੀ, ਪਰ ਇੱਕ ਵਾਰ ਜੋ ਦੋਸ਼ ਹੈਗੇ ਨੇ ਉਹ ਹੈਗਾ ਕਿ ਲਾਰੈਂਸ ਬਿਸ਼ਨੋਈ ਤੇ ਦੀਪਕ ਟੀਨੂ ਜਿਹੜਾ ਹੈਗਾ ਇਕੱਠੇ ਜੇਲ੍ਹ ਦੇ ਵਿੱਚ ਰਹੇ ਨੇ ਤੇ ਮਨਮੋਹਨ ਸਿੰਘ ਉਰਫ ਮੋਨਾ ਦੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਨਾਲ ਇਸਨੇ ਜਾਣ ਪਛਾਣ ਕਰਵਾਈ ਹੈ। ਤੇ ਜੱਗੂ ਭਗਵਾਨਪੁਰੀਆ ਜਿਹੜਾ ਹੈਗਾ ਇਹਨੇ ਦੋਸ਼ੀ ਮਨਮੋਹਨ ਸਿੰਘ, ਮੋਨਾ ਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਜੋ ਸ਼ੂਟਰ ਲਾਰੈਂਸ ਬਿਸ਼ਨੋਈ ਕੋਲ ਭੇਜੇ ਗਏ ਸੀ, ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਦਾ ਵੀ ਇਹਨਾਂ ਨੇ ਹੀ ਜਿਹੜਾ ਆ ਕੀਤਾ ਗਿਆ। ਤੇ ਇਸ ਤੋਂ ਇਲਾਵਾ ਹੋਰ ਵੀ ਬਿਆਨ ਜਿਹੜੇ ਦਰਜ ਕੀਤੇ ਗਏ ਨੇ। ਤੇ ਅਗਲਾ ਆ ਜਾਂਦਾ ਸਾਡਾ ਪ੍ਰਿਯਵਰਤ ਫੌਜੀ। ਪ੍ਰਿਯਵਰਤ ਫੌਜੀ ਕਹਿੰਦੇ ਲੀਡ ਕਰ ਰਿਹਾ ਸੀ ਬਲੈਰੋ ਮੋਡਿਊਲ ਨੂੰ। ਕਹਿੰਦੇ ਬਲੈਰੋ ਮੋਡਿਊਲ ਨੂੰ ਲੀਡ ਕਰਨ ਵਾਲਾ ਪ੍ਰਿਯਵਰਤ ਫੌਜੀ ਸੀ, ਕਿਉਂਕਿ ਜਦੋਂ ਰਾਹੁਲ ਵੀਡੀਓ ਆਉਂਦੀ ਹੈ ਤਾਂ ਦੇਖਿਆ ਆਪਾਂ ਕਿ ਜਦੋਂ ਸਿੱਧੂ ਮੂਸੇ ਦਾ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਇੱਕ ਵੀਡੀਓ ਹੈ ਜਿਸ ਦੇ ਵਿੱਚ ਇਹ ਪ੍ਰਿਯਵਰਤ ਫੌਜੀ ਹੁੰਦਾ, ਦੀਪਕ ਮੁੰਡੀ ਹੁੰਦਾ, ਕਸ਼ਿਸ਼ ਹਥਿਆਰਾਂ ਨਾਲ ਲੈਸ ਗਾਣੇ ਚਲਾ ਰਹੇ ਹੁੰਦੇ ਨੇ, ਖੁਸ਼ੀ ਮਨਾ ਰਹੇ ਹੁੰਦੇ ਨੇ ਕਿ ਅਸੀਂ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਆਏ। ਤਾਂ ਉਸ ਦੇ ਵਿੱਚ ਪ੍ਰਤੱਖ ਤੌਰ ਤੇ ਦੇਖਿਆ ਗਿਆ ਕਿ ਪ੍ਰਿਯਵਰਤ ਫੌਜੀ ਬੈਠਾ ਹੁੰਦਾ ਕੰਡਕਟਰ ਸੀਟ ਤੇ ਕਹਿੰਦਾ ਕਿ ਉਹਨੇ ਹੀ ਸਾਰਾ ਜਿਹੜਾ ਮੋਡਿਊਲ, ਕਿਉਂਕਿ ਲਾਰੈਂਸ ਬਿਸ਼ਨੋਈ ਦਾ ਖਾਸ ਸੀ ਜਿਹੜਾ ਪ੍ਰਿਯਵਰਤ ਫੌਜੀ ਸੀ ਇਹ ਤੇ ਦੀਪਕ ਟੀਨੂ, ਇਹ ਇਕੱਠੇ ਕੇਸਵਾਲ ਸੀ ਤੇ ਇੱਕੋ ਹੀ ਜੇਲ੍ਹ ਦੇ ਵਿੱਚ ਰਹਿੰਦੇ ਸੀ ਇਹ। ਤਾਂ ਬਿਲਕੁਲ ਇਹਨਾਂ ਦੇ ਕੋਲ ਜਿਹੜਾ ਬਰਾਮਦੀ ਹੋਈ ਹੈ ਉਹ ਇੱਕ ਪਿਸਟਲ ਹੋਈ ਹੈ 30 ਬੋਰ ਦੀ, ਤੇ ਇੱਕ ਪਿਸਟਲ ਜਿਹੜੀ ਹਥਿਆਰ ਵਾਰਦਾਤ ਵੇਲੇ ਵਰਤਿਆ ਗਿਆ ਸੀ 9mm ਦਾ, ਤੇ 7 ਜਿੰਦਾ ਕਾਰਤੂਸ ਵੀ ਵਰਤੇ ਗਏ ਇਹਨਾਂ ਦੇ ਕੋਲ। ਤੇ ਅੱਗੇ ਆ ਜਾਂਦਾ ਕੁਲਦੀਪ ਕਸ਼ਿਸ਼ ਜਿਹੜਾ ਹੈਗਾ ਹੈ, ਇਹਦਾ ਰੋਲ ਕੀ ਰਹਿੰਦਾ? ਇਹ ਕਸ਼ਿਸ਼ ਰਾਹੁਲ ਹੋਈ ਹੈ ਜਦੋਂ ਫਤਿਆਬਾਦ ਦੀ ਸੀਸੀਟੀਵੀ ਮੂਹਰੇ ਆਉਂਦੀ ਹੈ ਪੈਟਰੋਲ ਪੰਪ ਤੋਂ, ਤਾਂ 2 ਜਣੇ ਉਤਰਦੇ ਨੇ ਤੇਲ ਪਾਉਣ ਨੂੰ। ਇੱਕ ਜਣੇ ਪੈਸੇ ਦਿੰਦਾ, ਇੱਕ ਜਣਾ ਜਿਹੜਾ ਚਲਾ ਰਿਹਾ ਹੁੰਦਾ ਗੱਡੀ, ਉਹ ਜਦੋਂ ਖੋਲਦਾ ਹੈਗਾ ਗੱਡੀ ਦਾ ਜਿਹੜਾ ਫਿਊਲ ਵਾਲਾ ਜਿਹੜਾ ਟੈਬ ਹੁੰਦੀ ਹੈ, ਤਾਂ ਉਦੋਂ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਕਸ਼ਿਸ਼। ਇਹ ਕਿਹਾ ਜਾਂਦਾ ਹੈ ਕਿ ਕਸ਼ਿਸ਼ ਨੇ ਜਿਹੜਾ ਫਤਿਆਬਾਦ ਤੋਂ ਬਲੈਰੋ ਪੰਜਾਬ ਲਿਆਉਣੀ ਸੀ ਜਦੋਂ ਫਰਵਰੀ ਮਹੀਨੇ ਦੇ ਵਿੱਚ, ਉਦੋਂ ਜਿਹੜੀ ਯੋਜਨਾ ਬਣਾਈ ਤੇ ਇਹ ਬਲੈਰੋ ਨੂੰ ਉੱਥੇ ਛੱਡ ਕੇ ਗਏ। ਕਿਉਂਕਿ ਇੱਕ ਨਾ ਉਸ ਤੋਂ ਬਾਅਦ ਸੀਸੀਟੀਵੀ ਹੋਰ ਆਈ ਸੀ ਰਾਹੁਲ, ਇੱਕ ਸੀਸੀਟੀਵੀ ਆਈ ਸੀ ਕਿ ਬਲੈਰੋ ਗੱਡੀ ਜਾ ਰਹੀ ਹੈਗੀ ਫਤਿਆਬਾਦ ਦੀ ਸੀਸੀਟੀਵੀ ਤੋਂ ਬਾਅਦ ਦੀ, ਉਹ ਜਦੋਂ ਚੱਲਦੀ ਹੈ ਬਲੈਰੋ ਗੱਡੀ ਤਾਂ ਉਹ ਰਤੀਏ ਦੀ ਸੀਸੀਟੀਵੀ ਕਿਹਾ ਜਾਂਦਾ ਕਿ ਰਤੀਆ, ਕਿਉਂਕਿ ਰਤੀਆ ਸਦੂਗੜ੍ਹ ਤੋਂ ਬਾਅਦ ਜੋ ਜਾਂਦੇ ਆਪਾਂ ਫਤਿਆਬਾਦ ਇਹੀ ਏਰੀਆ ਦੇ ਵਿੱਚ ਰਤੀਆ ਪੈਂਦਾ ਹੈ। ਰਤੀਆ ਦੀ ਕਹਿੰਦੇ ਇੱਕ ਵੀਡੀਓ ਸੀ ਜਿਹਦੇ ਵਿੱਚ ਬਲੈਰੋ ਦੇਖੀ ਗਈ ਕਿ ਪੰਜਾਬ ਦੇ ਵੱਲ ਆ ਰਹੀ ਸੀ, ਕਿਉਂਕਿ ਰਤੀਏ ਤੋਂ ਤੁਸੀਂ ਪੰਜਾਬ ਨੂੰ ਐਂਟਰ ਹੋ ਜਾਂਦੇ ਹੋ ਸਦੂਗੜ੍ਹ ਉਧਰੋਂ। ਤਾਂ ਕੇਸ਼ਵ ਦਾ ਵੀ ਇਹਦੇ ਵਿੱਚ ਨਾਲ ਹੀ ਰੋਲ ਰਿਹਾ ਹੈ ਨਾ ਇਸ ਬਲੈਰੋ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ। ਹਾਂ, ਕੇਸ਼ਵ ਨੂੰ, ਕਿਉਂਕਿ ਜਿਵੇਂ ਪਹਿਲਾਂ ਦੱਸਿਆ ਕਿ ਚਰਨਜੀਤ ਨੇ ਨੰਬਰ ਪਲੇਟਾਂ ਚੇਂਜ ਕਰਕੇ ਦਿੱਤੀਆਂ, ਮਤਲਬ ਪੂਰੀ ਸੈਟਿੰਗ ਕਰਕੇ ਬਲੈਰੋ ਗੱਡੀ ਦੀ ਕੇਸ਼ਵ ਨੂੰ ਦਿੱਤੀ ਕਿ ਹੁਣ ਉੱਥੇ ਪੰਜਾਬ ਲੈ ਕੇ ਜਾਣੀ ਹੈ, ਕਿਵੇਂ ਵੀ ਲੈ ਜਾਓ ਤੁਸੀਂ। ਅੱਛਾ, ਮੇਨ ਸ਼ੂਟਰ ਜਿਹੜਾ ਅੰਕਿਤ ਸੇਰਸਾ, ਇਸ ਦਾ ਪੁਲਿਸ ਨੇ ਵੀ ਕਾਫੀ ਕੁਝ ਇਸ ਦੇ ਵਿੱਚ ਲਿਖਿਆ ਹੋਇਆ। 9mm ਦੀ ਪਿਸਟਲ ਫੜੀ ਹੈ, 6 ਜਿੰਦਾ ਕਾਰਤੂਸ ਫੜੇ ਨੇ, ਇਸ ਦਾ ਰੋਲ? ਬਿਲਕੁਲ ਰਾਹੁਲ, ਅੰਕਿਤ ਸੇਰਸਾ ਕਿਹਾ ਜਾਂਦਾ ਕਿ 18 ਸਾਲ ਇਸ ਦੀ ਉਮਰ ਵੈਸੇ ਤਾਂ ਜਿਹੜੀ ਲਿਖਤੀ ਰੂਪ ਚ ਵਿੱਚ ਦਰਜ ਆ, ਪਰ ਕਿਹਾ ਜਾਂਦਾ ਕਿ 18 ਤੋਂ ਵੀ ਘੱਟ ਉਮਰ ਦਾ
ਇਹ ਵੀ ਖਬਰ ਆਈ ਸੀ ਜਦੋਂ ਨਸ਼ਰ ਹੋਈ ਸੀ ਕਿ ਦਿੱਲੀ ਸਪੈਸ਼ਲ ਸੈੱਲ ਜਦੋਂ ਇਸ ਨੂੰ ਫੜਦਾ ਹੈ ਤਾਂ ਸਪੈਸ਼ਲ ਇੱਕ ਨੋਟ ਕਰਕੇ ਗੱਲ ਕਹਿੰਦਾ ਪਿੰਨ ਕਰਕੇ ਕਿ ਦੋਨੇ ਹੱਥਾਂ ਨਾਲ ਇਹਨੇ ਫਾਇਰ ਕੀਤੇ ਸਿੱਧੂ ਮੂਸੇਵਾਲਾ ਤੇ ਸਭ ਤੋਂ ਅੱਗੇ ਹੋ ਹਾਂ ਬਿਲਕੁਲ ਕਿਉਂਕਿ ਉਹ ਪੂਰੀ ਗੱਲ ਕੀ ਸੀ ਜਦੋਂ ਮੂਸੇਵਾਲੇ ਦੇ ਫਾਦਰ ਸਾਹਿਬ ਉਹਨਾਂ ਕੋਲ ਅਸੀਂ ਬੈਠੇ ਹਨਾ ਤਾਂ ਉਹਨਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਕਿ ਨਾਲ ਕੋਈ ਜਦੋਂ ਕਰੋਲਾ ਗੱਡੀ ਨਾਲ ਹੁੰਦੀ ਹੈ ਬਿਲਕੁਲ ਉਹਨਾਂ ਦੇ ਪੈਰਲਰ ਚੱਲਦੀ ਹੈ ਤਾਂ ਸਿੱਧੂ ਮੂਸੇਵਾਲੇ ਨੇ ਅੱਖਾਂ ਤੋਂ ਦੇਖ ਲਿਆ ਸੀ ਕਿ ਵੈਪਨ ਲੋਡ ਕਰ ਰਿਹਾ ਹੁੰਦਾ ਹੈ ਕਿਉਂਕਿ ਕਰੋਲਾ ਗੱਡੀ ਦੇ ਵਿੱਚ ਮਨਪ੍ਰੀਤ ਮਾਨੂ ਤੇ ਜਗਰੂਪ ਰੂਪਾ ਸੀ ਤਾਂ ਉਸ ਤੋਂ ਬਾਅਦ ਕਹਿੰਦੇ ਸਿੱਧੂ ਮੂਸੇਵਾਲਾ ਵੀ ਕੌਪ ਕਰਕੇ ਆਪਣਾ ਪਿਸਟਲ ਜਿਹੜਾ ਹੈ ਉਹ ਰੱਖ ਲੈਂਦਾ ਤੇ ਜੋ ਚਲਾਉਣ ਦੀ ਕੋਸ਼ਿਸ਼ ਕਰਦਾ ਤਾਂ ਪਹਿਲਾ ਫਾਇਰ ਚਲਾਉਂਦਾ ਸਿੱਧੂ ਮੂਸੇਵਾਲਾ ਉਹ ਕਰੋਲਾ ਗੱਡੀ ਦੇ ਵੱਜਦਾ ਹੈਗਾ ਜਿਸ ਨਾਲ ਕਰੋਲਾ ਗੱਡੀ ਦੀ ਟਾਕੀ ਖਰਾਬ ਹੁੰਦੀ ਹੈ ਤੇ ਕਰੋਲਾ ਗੱਡੀ ਛੱਡ ਕੇ ਭੱਜਣਾ ਪੈਂਦਾ ਉਹਨਾਂ ਨੂੰ ਤੇ ਉਹ ਆਲਟੋ ਗੱਡੀ ਫੜਦੇ ਨੇ ਬਾਅਦ ਦੇ ਵਿੱਚ ਤਾਂ ਜਦੋਂ ਕਹਿੰਦੇ ਸਿੱਧੂ ਮੂਸੇਵਾਲੇ ਨੇ ਪਹਿਲਾ ਫਾਇਰ ਮਾਰਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਵਾਬੀ ਫਾਇਰ ਕਿਉਂਕਿ ਉਹਨਾਂ ਕੋਲ ਬਰਸਟ ਸੀ AK-47 ਸੀ AK-47 ਦੇ ਬਰਸਟ ਵੱਜੇ ਤਾਂ ਸਿੱਧੂ ਦੀ ਜਿਹੜੀ ਰਾਈਟ ਆਰਮ ਸੀਗੀ ਬਾਂਹ ਸੀਗੀ ਸੱਜੀ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਈ ਸੀ ਕਿਉਂਕਿ ਰਾਈਟ ਸਾਈਡ ਤੋਂ ਉਹ ਫਾਇਰ ਕਰਦਾ ਸੀਗਾ ਤੇ ਉਸ ਤੋਂ ਬਾਅਦ ਕਹਿੰਦੇ ਉਹ ਮਤਲਬ ਆਪਣੇ ਇੱਕ ਲੈਫਟ ਹੈਂਡ ਨਾਲ ਹੀ ਮਤਲਬ ਉਹਨੇ 3-4 ਕਿਉਂਕਿ ਉਦੋਂ ਤਾਂ ਹੁਣ ਜੋ ਬਾਂਹ ਹੀ ਖਤਮ ਹੋ ਗਈ ਜਾਨ ਹੀ ਨਿਕਲ ਗਈ ਵਿੱਚੋਂ ਤੇ ਉਹ ਬਸ 1-2 ਨੇ ਫਾਇਰ ਸਿੱਧੂ ਨੇ ਵੀ ਕਰੇ ਇੱਧਰੋਂ ਤੇ ਪਰ ਕਹਿੰਦੇ ਜਿਹੜਾ ਇੱਕ ਇਹਨਾਂ ਨਾਲ ਬਲੈਰੋ ਗੱਡੀ ਦੇ ਵਿੱਚੋਂ ਜੋ ਨਿਕਲੇ 4 ਜਣੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਣੇ ਦੇ ਹੱਥ 'ਚੋਂ ਪਿਸਟਲ ਨੀਚੇ ਡਿੱਗ ਪਿਆ ਸਿੱਧੂ ਦੇ ਫਾਦਰ ਕਹਿੰਦੇ ਨੇ ਕਿ ਕਿਉਂਕਿ ਨਾਲ ਜਦੋਂ 2 ਮੁੰਡੇ ਸੀ ਸਿੱਧੂ ਮੂਸੇਵਾਲੇ ਦੇ ਦੋਸਤ ਉਹ ਨਾਲ ਥਾਰ ਦੇ ਵਿੱਚ ਮੌਜੂਦ ਸੀ ਉਸ ਟਾਈਮ ਉਹਨਾਂ ਨੇ ਦੱਸਿਆ ਹੋਊਗਾ ਕਿਤੇ ਤੇ ਉਹ ਕਹਿੰਦੇ ਕਿ ਇੱਕ ਪਿਸਟਲ ਹੱਥ 'ਚ ਡਿੱਗ ਜਾਂਦਾ ਤੇ ਉਹੀ ਪਿਸਟਲ ਚੱਕ ਕੇ ਅੰਕਿਤ ਸੇਰਸਾ ਜਾਣੀ ਕਿ ਦੋਨੇ ਹੱਥਾਂ ਨਾਲ ਬੋਨਟ ਤੇ ਚੜ ਜਾਂਦਾ ਥਾਰ ਦੇ ਕਿਉਂਕਿ ਜੇ ਦੇਖਿਆ ਜਾਵੇ ਆਪਾਂ ਮੈਡੀਕਲ ਦੇਖੀਏ ਤਾਂ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇਖਦੇ ਹਾਂ ਤਾਂ ਕੋਈ ਛਾਤੀ ਤੇ ਫਾਇਰ ਨਹੀਂ ਸੀ ਜਾਂ ਤਾਂ ਫਾਇਰ ਲੱਤਾਂ ਤੇ ਸੀ ਤੇ ਜਾਂ ਲੋਅਰ ਲੈਗਸ ਤੇ ਸੀ ਪੱਟਾਂ ਦੇ ਵਿੱਚ ਵੀ ਸੀਗੇ ਤਾਂ ਲੋਅਰ ਲੈਗਸ ਤੇ ਵੱਜਣਾ ਦਾ ਮਤਲਬ ਹੈ ਕਿ ਥਾਰ ਦੇ ਬੋਨਟ ਦੇ ਉੱਪਰ ਚੜ ਕੇ ਫਾਇਰ ਮਾਰੇ ਤਾਂ ਹੀ ਉਹ ਲੋਅਰ ਲੈਗਸ ਤੇ ਵੱਜੇ ਤੇ ਉਹ ਅੰਕਿਤ ਸੇਰਸਾ ਸੀ ਜਿਹਨੇ ਸਭ ਤੋਂ ਮੂਹਰੇ ਹੋ ਕੇ ਉਸ ਤੋਂ ਬਾਅਦ ਫਾਇਰਿੰਗ ਕੀਤੀ ਅੱਛਾ ਅਗਲਾ ਨਾਮ ਆਂਦਾ ਸਚਿਨ ਚੌਧਰੀ ਏਲੀਅਸ ਸਚਿਨ ਭਿਵਾਨੀ ਇਸ ਦਾ ਕੀ ਰੋਲ ਸਚਿਨ ਭਿਵਾਨੀ ਦੇਖੋ ਸਚਿਨ ਭਿਵਾਨੀ ਰਾਹੁਲ ਇੱਕੋ ਗੱਲ ਹੈ ਕਿ ਰਾਹੁਲ ਜਦੋਂ ਲਾਰੈਂਸ ਬਿਸ਼ਨੋਈ ਗੈਂਗ ਜਦੋਂ ਸਾਰਾ ਬਣਦਾ ਹੈ ਲਾਰੈਂਸ ਬਿਸ਼ਨੋਈ ਜਦੋਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਰਨ ਕਰਦਾ ਤਾਂ ਇਹ ਅਨਮੋਲ ਬਿਸ਼ਨੋਈ ਹੋਇਆ ਤੇ ਜਿਹੜਾ ਨਾਮ ਲਿਆ ਆਪਾਂ ਸਚਿਨ ਭਿਵਾਨੀ ਹੋਇਆ ਇਹ ਸਾਰੇ ਇਕੱਠੇ ਨੇ ਇਹਨਾਂ ਦਾ ਮਤਲਬ ਲਾਰੈਂਸ ਬਿਸ਼ਨੋਈ ਨੂੰ ਗੈਂਗ ਜਦੋਂ ਹਰਿਆਣੇ ਨਾਲ ਲਿੰਕਡ ਅਪ ਹੁੰਦੇ ਆਪਾਂ ਕਹਿੰਦੇ ਕਿ ਸਟੇਟ ਨਾਲ ਕਿਵੇਂ ਕਿਉਂਕਿ ਪੰਜਾਬ ਦਾ ਲਾਰੈਂਸ ਬਿਸ਼ਨੋਈ ਤਾਂ ਲੇਕਿਨ ਸ਼ੂਟਰ ਜਿਹੜੇ ਨੇ ਉਹਨੂੰ ਮਤਲਬ ਦਿੱਲੀ ਹਰਿਆਣੇ ਦੇ ਜਿਹੜੇ ਬੇਸਡ ਸੀ ਉਹਨਾਂ ਨਾਲ ਕਿਵੇਂ ਲਿੰਕਡ ਅਪ ਹੋਇਆ ਤਾਂ ਉਹਨਾਂ ਦੇ ਮੁੱਢਲੇ ਬੰਦੇ ਨੇ ਇਹ ਸਚਿਨ ਭਿਵਾਨੀ ਹੋਰੀ ਤੇ ਅਗਲਾ ਨਾਮ ਹੈਗਾ 20ਵੇਂ ਨੰਬਰ ਦੇ ਉੱਪਰ ਜਿਹੜਾ ਰੱਖਿਆ ਹੋਇਆ ਦੋਸ਼ੀਆਂ ਦੀ ਲਿਸਟ ਵਿੱਚ ਜਿਨ੍ਹਾਂ ਦੇ ਖਿਲਾਫ ਚਾਰਜਸ਼ੀਟ ਫਾਈਲ ਹੋਈ ਹੈ ਅਰਸ਼ਦ ਖਾਨ ਹਾਂ ਅਰਸ਼ਦ ਖਾਨ ਦਾ ਨਾਮ ਉਹੀ ਗੱਡੀ ਦੇ ਵਿੱਚ ਆਉਂਦਾ ਹੈ ਬਲੈਰੋ ਗੱਡੀ ਦੇ ਵਿੱਚ ਕਿ ਜੋ ਬਲੈਰੋ ਗੱਡੀ ਵਰਤੀ ਗਈ ਹੈ ਉਸ ਨੂੰ ਕਿਵੇਂ ਮੁਹੱਈਆ ਕਰਵਾਇਆ ਕਿਵੇਂ ਉਸ ਦੇ ਵਿੱਚ ਹਥਿਆਰ ਰੱਖ ਕੇ ਉਹਨੂੰ ਮਾਨਸਾ ਕਿਵੇਂ ਲਿਆਂਦਾ ਮਾਨਸਾ ਤੋਂ ਬਾਅਦ ਮੂਸੇ ਕਿਵੇਂ ਲਿਆਂਦਾ ਤੇ ਅਗਲਾ ਨਾਮ ਜਿਹੜਾ 21 ਨੰਬਰ ਦੇ ਉੱਪਰ ਰੱਖਿਆ ਗਿਆ ਗੋਲਡੀ ਬਰਾੜ ਦਾ ਇਹ ਤੇ ਮਾਸਟਰਮਾਈਂਡ ਹੋ ਗਿਆ ਬਿਲਕੁਲ ਗੋਲਡੀ ਬਰਾੜ ਜੇ ਗੱਲ ਕਰੀਏ ਰਾਹੁਲ ਗੋਲਡੀ ਬਰਾੜ ਉਹ ਸ਼ਖਸ ਹੈ ਜਿਹਨੇ ਸਾਰੀ ਬਿਉਂਤ ਘੜੀ ਇਹ ਵੀ ਕਿਹਾ ਜਾਂਦਾ ਹੈ ਵਿੱਚ ਤਾਂ ਕਿ ਜੇ ਅੰਦਰਲੀ ਕੋਈ ਜਿਵੇਂ ਸੋਰਸਸ ਦੱਸਦੇ ਨੇ ਤਾਂ ਉਹ ਇਹ ਗੱਲ ਵੀ ਕਹਿੰਦੇ ਨੇ ਕਿ ਲਾਰੈਂਸ ਇੰਨਾ ਇੰਟਰਸਟਡ ਨਹੀਂ ਸੀ ਸਿੱਧੂ ਨੂੰ ਮਰਵਾਉਣ ਲਈ ਜਿੰਨਾ ਗੋਲਡੀ ਬਰਾੜ ਡੈਸਪਰੇਟ ਸੀ ਡੈਸਪਰੇਟ ਵਰਡ ਇੱਕ ਬਿਲਕੁਲ ਪ੍ਰਤੱਖ ਤੇ ਇੱਕ ਜਿਹੜਾ ਕਹਾਂਗੇ ਨਾ ਕਿ ਸਹੀ ਮਾਇਨਿਆਂ ਦੇ ਵਿੱਚ ਡੈਸਪਰੇਟ ਵਰਡ ਗੋਲਡੀ ਬਰਾੜ ਦੇ ਲਈ ਸੂਟ ਕਰਦਾ ਕਿ ਉਹ ਡੈਸਪਰੇਟ ਸੀ ਗੋਲਡੀ ਬਰਾੜ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਲਈ ਹਾਲਾਂਕਿ ਉਹ ਵੀਡੀਓ ਦੇ ਵਿੱਚ ਉਹ ਨਾਮ ਲੈਂਦਾ ਕਿ ਮੈਂ ਆਪਦੇ ਭਰਾ ਦਾ ਗੁਰਲਾਲ ਦਾ ਬਦਲਾ ਲੈਣਾ ਸੀ ਇਹ ਕਰਨਾ ਸੀ ਪਰ ਮਾਸਟਰਮਾਈਂਡ ਗੋਲਡੀ ਬਰਾੜ ਸੀ ਉਸਨੇ ਜਿਹੜਾ ਲਾਰੈਂਸ ਬਿਸ਼ਨੋਈ ਦੇ ਉਸਨੇ ਕਿਹਾ ਕਿ ਮੈਂ ਇਹ ਕੰਮ ਕਰਨਾ ਹੀ ਕਰਨਾ ਤੇ ਲਾਰੈਂਸ ਬਿਸ਼ਨੋਈ ਨੂੰ ਸਾਥ ਦੇਣ ਦੇ ਲਈ ਕਿਹਾ ਕਿ ਕਿਵੇਂ ਕਰੀਏ ਕਿਉਂਕਿ ਦੋਨਾਂ ਨੇ ਫਿਰ ਸਲਾਹ ਕੀਤੀ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਕਾਰਵਾਈ ਹੋਈ ਆ ਹੁਣ ਹਾਲਾਂਕਿ ਰੈੱਡ ਕਾਰਨਰ ਨੋਟਿਸ ਕੱਢਿਆ ਹੈਗਾ ਦੇਖੋ ਰੈੱਡ ਕਾਰਨਰ ਨੋਟਿਸ ਨਾਲ ਵੀ ਹੋ ਸਕਦਾ ਖਬਰ ਇਹ ਵੀ ਹੈਗੀ ਹੈ ਕਿ ਗੋਲਡੀ ਬਰਾੜ ਨੇ ਕੈਨੇਡਾ ਤੋਂ ਆਪਣੀ ਲੋਕੇਸ਼ਨ ਵੀ ਬਦਲੀ ਹੈ ਹੁਣ ਇਹ ਨਹੀਂ ਪਤਾ ਵੀ ਕੈਨੇਡਾ ਤੋਂ ਕਿੱਥੇ ਮੂਵ ਹੋਇਆ ਜਾਂ ਕੈਨੇਡਾ ਦੇ ਵਿੱਚ ਹੀ ਹੈ ਪਰ ਇਹ ਜ਼ਰੂਰ ਹੈ ਵੀ ਜਦੋਂ ਤੋਂ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਤਾਂ ਆਪਣੀ ਲੋਕੇਸ਼ਨ ਬਦਲੀ ਹੈ ਬਿਲਕੁਲ ਰਾਹੁਲ ਉਦੋਂ ਹੀ ਕਹਿ ਰਹੇ ਸੀ ਕਹਿੰਦੇ ਜਦੋਂ ਰੈੱਡ ਕਾਰਨਰ ਨੋਟਿਸ ਜਾਰੀ ਹੁੰਦਾ 29 ਤਰੀਕ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ 30 ਤਰੀਕ ਨੂੰ ਜਿਹੜਾ CBI ਰੈੱਡ ਕਾਰਨਰ ਨੋਟਿਸ ਦੇ ਵਿੱਚ ਸ਼ਾਮਲ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਕਿਉਂਕਿ ਜਦੋਂ ਵੀ ਕੋਈ ਸੂਬੇ ਦੀ ਸਰਕਾਰ ਸੂਬੇ ਦੀ ਪੁਲਿਸ ਨੇ ਕੋਈ ਬੰਦਾ ਕੋਈ ਸ਼ਖਸ ਕੋਈ ਲੋੜੀਂਦਾ ਹੋਵੇ ਤਾਂ ਉਹ ਪਹਿਲਾਂ ਕੇਂਦਰੀ ਏਜੰਸੀ ਤੱਕ ਜਾਣਾ ਪੈਂਦਾ ਆਪਾਂ ਨੂੰ CBI ਇਨਵੈਸਟੀਗੇਟ ਕਰਦੀ ਹੈ CBI ਅੱਗੇ ਇੰਟਰਪੋਲ ਨੂੰ ਸੂਚਿਤ ਕਰਦੀ ਹੈ ਤੇ ਇੰਟਰਪੋਲ ਜਿਹੜਾ ਹੈ ਰੈੱਡ ਕਾਰਨਰ ਨੋਟਿਸ ਜਾਰੀ ਕਰਦਾ ਇੰਟਰਪੋਲ ਯਾਨੀ ਕਿ ਹੋ ਗਿਆ ਇੰਟਰਨੈਸ਼ਨਲ ਲੈਵਲ ਦੀ ਪੁਲਿਸ ਇੰਟਰਪੋਲ ਮਤਲਬ ਬਿਲਕੁਲ ਕਿਉਂਕਿ ਹਾਂਜੀ ਜਦੋਂ ਗੱਲ ਕਰਦੇ ਇੰਟਰਪੋਲ ਤਾਂ ਇੰਟਰਪੋਲ ਦੁਆਰਾ
ਪੰਜਾਬ ਆ ਸਕਦਾ ਗੋਲਡੀ ਬਰਾੜ ਇੱਕੋ ਇੱਕ ਧੁਰ ਹੈਗਾ ਸਾਡੇ ਕੋਲ ਇੱਕ ਧੁਰ ਆ। ਤੇ ਉਹ ਕਿਉਂ ਆ ਸਕਦਾ ਕਿਉਂਕਿ ਇਹਦੀ ਐਗਜ਼ਾਮਪਲ ਵੀ ਆਪਣੇ ਕੋਲ ਹੈਗੀ ਹੈ ਸੁਖਪ੍ਰੀਤ ਬੁੱਢਾ ਜੋ ਕਿ ਹੁਣ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਹੈ। ਉਹਨੂੰ ਅਰਮੀਨੀਆ ਤੋਂ ਲਿਆਂਦਾ ਸੀ। ਅਰਮੀਨੀਆ ਤੋਂ ਜਿਹੜਾ ਡਿਪੋਰਟ ਕਰਵਾਇਆ ਗਿਆ, ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਪੰਜਾਬ ਲਿਆਂਦਾ। ਉਹ ਸੀਬੀਆਈ ਥਰੂ ਹੋਇਆ। ਇਧਰੋਂ ਪਹਿਲਾਂ ਡਾਕੂਮੈਂਟ ਦੇਣੇ ਪੈਂਦੇ ਨੇ ਸੂਬਾ ਸਰਕਾਰਾਂ ਨੂੰ ਕਿ ਇਹ ਬੰਦਾ ਸਾਨੂੰ ਇਹ ਕੇਸ ਦੇ ਵਿੱਚ ਇਨਵੋਲਵਮੈਂਟ। ਔਰ ਜਿਹਦੇ ਚਾਰਜ ਸ਼ੀਟ ਜਿਹਦੇ ਖਿਲਾਫ ਪੇਸ਼ ਹੋ ਗਈ ਹੋਏ, ਚਾਰਜ ਸ਼ੀਟ ਜਿਹਦੇ ਖਿਲਾਫ ਦਾਇਰ ਹੋ ਗਈ ਹੋਵੇ, ਉਹੀ ਜਿਹੜਾ ਹੈ ਉਹਦੇ ਖਿਲਾਫ ਹੀ ਜਿਹੜਾ ਰੈੱਡ ਕਾਰਨਰ ਦੀ ਅਪੀਲ ਕੀਤੀ ਜਾ ਸਕਦੀ ਹੈ। ਤਾਂ ਇੱਕ ਵਾਰ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਨਾ ਗੋਲਡੀ ਬਰਾੜ ਜੋ ਚਾਰਜ ਸ਼ੀਟ ਦਾਇਰ ਕੀਤੀ ਗਈ ਇਸ ਦੇ ਵਿੱਚ ਕੀ ਇਸ ਦਾ ਜੁਰਮ ਦੱਸਿਆ ਗਿਆ ਜਾਂ ਇਸਨੇ ਕੀ ਵਾਰਦਾਤ ਕੀਤੀ ਹੈ। ਸਭ ਤੋਂ ਪਹਿਲਾਂ ਮਾਨਸਾ ਪੁਲਿਸ ਨੇ ਇਹ ਦਾਅਵਾ ਕੀਤਾ, ਇਹ ਲਿਖਿਆ ਕਿ ਦੋਸ਼ੀ ਗੋਲਡੀ ਬਰਾੜ ਸਿੱਧੂ ਕਤਲ ਕਾਂਡ ਦਾ ਮਾਸਟਰਮਾਈਂਡ ਹੈ। ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ, ਸਚਿਨ ਭਿਵਾਨੀ, ਅਨਮੋਲ ਬਿਸ਼ਨੋਈ, ਸਚਿਨ ਬਿਸ਼ਨੋਈ ਜਿਹਨੂੰ ਸਚਿਨ ਥਾਪਣ ਵੀ ਕਹਿੰਦੇ ਆ, ਮੋਨੂ ਡਾਗਰ, ਪਵਨ ਕੁਮਾਰ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ ਹੋਰ ਦੋਸ਼ੀਆਂ ਤੇ ਸ਼ੂਟਰਾਂ ਨੂੰ ਇਕੱਠਾ ਕਰਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਪਲਾਨਿੰਗ ਹੈ ਉਹ ਤਿਆਰ ਕੀਤੀ ਤੇ ਇਹਨਾਂ ਨੂੰ ਵੱਖ-ਵੱਖ ਕੰਮ ਦਿੱਤੇ ਗਏ। ਹਾਲਾਂਕਿ ਇਹਨਾਂ ਦੇ ਜਿਹੜੇ ਨਾਲ ਨਾਮਲੇ ਨੇ ਇਹ ਇਹਦੇ ਸਹਿਯੋਗੀ ਰਹੇ ਨੇ। ਇਸ ਤੋਂ ਇਲਾਵਾ ਗੋਲਡੀ ਬਰਾੜ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵੱਖ-ਵੱਖ ਗੈਂਗਾਂ ਦੇ ਵਿੱਚੋਂ ਜਿਹੜੇ ਸ਼ੂਟਰ ਇਕੱਠਾ ਕੀਤੇ ਉਹਨਾਂ ਨੂੰ ਰਹਿਣ ਦੇ ਲਈ ਉਹਨਾਂ ਨੂੰ ਗੱਡੀਆਂ, ਰੁਪਈਆ, ਹਥਿਆਰ, ਰਿਹਾਇਸ਼ ਦਾ ਪ੍ਰਬੰਧ ਕੀਤਾ। ਗੋਲਡੀ ਬਰਾੜ ਨੇ ਵਿੱਕੀ ਮਿੰਡੂ ਖੇੜਾ ਦਾ ਕਤਲ ਹੋਣ ਕਰਕੇ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 7 ਅਗਸਤ ਨੂੰ 2021 ਨੂੰ ਮੁਹਾਲੀ ਦੇ ਵਿੱਚ ਵਿੱਕੀ ਮਿੰਡੂ ਖੇੜਾ ਸੋਈ ਦਾ ਜੇ ਲੀਡਰ ਹੈ ਉਸ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਉਸ ਦਾ ਬਦਲਾ ਲੈਣ ਦੇ ਲਈ ਇਹ ਕਤਲ ਦੀ ਪਲਾਨਿੰਗ ਜਿਹੜੀ ਹੈ ਰਚੀ ਗਈ ਹੈ। ਪੁਲਿਸ ਨੇ ਇਹ ਦਾਅਵਾ ਕੀਤਾ ਇਸ ਚਾਰਜ ਸ਼ੀਟ ਦੇ ਵਿੱਚ ਜੋ ਪੁਲਿਸ ਨੇ ਇਲਜ਼ਾਮ ਲਗਾਏ ਨੇ। ਇਸ ਤੋਂ ਇਲਾਵਾ ਸਿਗਨਲ ਐਪ ਰਾਹੀਂ ਜੋ ਵੀ ਗੱਲਬਾਤ ਹੁੰਦੀ ਸੀ, ਸਿਗਨਲ ਐਪ ਰਾਹੀਂ ਸਾਰੇ ਜਿਹੜੇ ਹੈ ਆਪਣੇ ਉਹਨਾਂ ਨੂੰ ਰੂਟ ਦੱਸਦਾ ਸੀ। ਇਸ ਤੋਂ ਇਲਾਵਾ ਹੋਰ ਸੁਚੇਤ ਕਰਦਾ ਸੀ ਜਾਂ ਕੀ ਕਰਨਾ ਜਾਂ ਕੀ ਨਹੀਂ ਕਰਨਾ। ਤਾਂ ਇਸ ਤੋਂ ਇਲਾਵਾ ਅੱਗੇ ਅਨਮੋਲ ਬਿਸ਼ਨੋਈ ਦਾ ਵੀ ਕਾਫੀ ਰੋਲ ਰਹਿੰਦਾ ਹੈ। ਅਨਮੋਲ ਬਿਸ਼ਨੋਈ ਉਹੀ ਹੈ ਜਿਸ ਦੀ ਅੱਜ ਜਿਹੜੀ ਹੈ ਗ੍ਰਿਫਤਾਰੀ ਹੋਈ ਹੈਗੀ। ਅਨਮੋਲ ਬਿਸ਼ਨੋਈ ਭਾਣਜਾ ਕਿਹਾ ਜਾਂਦਾ ਲਾਰੈਂਸ ਬਿਸ਼ਨੋਈ ਦਾ। ਅਸਲ ਦੇ ਵਿੱਚ ਇਹ ਸੂਤਰਧਾਰ ਸਾਜ਼ਿਸ਼ ਘੜਤਾ 'ਚ ਹੀ ਨੇ ਸਾਰੇ, ਕਿਉਂਕਿ ਮੁੱਢਲੇ ਤੌਰ ਤੇ ਜਿਨ੍ਹਾਂ ਨੇ ਇਹ ਸਕੀਮ ਬਣਾਈ ਕਿ ਸਿੱਧੂ ਨੂੰ ਮਾਰਨਾ ਹੈ ਤੇ ਕਿਵੇਂ ਮਾਰਨਾ, ਉਹਦੇ ਵਿੱਚ ਇਹ ਗੋਲਡੀ ਬਰਾੜ ਲਾਰੈਂਸ ਨਾਲ ਕੰਟੈਕਟ ਕਰਦਾ ਤਾਂ ਲਾਰੈਂਸ ਸਾਰੇ ਬੰਦੇ ਇਕੱਠੇ ਕਰਦਾ ਕਿ ਕਿਵੇਂ ਪਲਾਨ ਬਣਾਈਏ, ਕਿਉਂਕਿ ਉਹਨਾਂ ਦੇ ਵਿੱਚੋਂ ਅਨਮੋਲ ਬਿਸ਼ਨੋਈ ਵੀ ਤੇ ਲਾਰੈਂਸ ਬਿਸ਼ਨੋਈ ਹੋ ਗਿਆ, ਜੱਗੂ ਭਗਵਾਨਪੁਰੀਆ ਹੋ ਗਿਆ ਤੇ ਇੱਕ ਜਿਹੜਾ ਸੀ ਮੋਨੂ ਡਾਗਰ, ਇਹ ਸਾਰੇ ਇਹਨਾਂ ਦੇ ਵਿੱਚ ਹੀ ਸੀ। ਤੇ ਸਚਿਨ ਬਿਸ਼ਨੋਈ ਦਾ ਇਹਦੇ ਵਿੱਚ ਕੀ ਹੱਥ ਰਹਿੰਦਾ? ਸਚਿਨ ਬਿਸ਼ਨੋਈ ਦਾ ਉਹੀ ਹੈ ਕਿ ਸਚਿਨ ਬਿਸ਼ਨੋਈ ਕਹਿੰਦੇ ਨੇ ਕਿ ਜਦੋਂ ਜਿਹੜਾ ਸਾਰੀ ਗੱਲਬਾਤ ਹੋਣੀ ਸੀਗੀ, ਜਦੋਂ ਇਹਨਾਂ ਨੇ ਜਦੋਂ ਗੋਲਡੀ ਬਰਾੜ ਨੇ ਜਦੋਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਨਾ, ਤੇ ਉਸ ਤੋਂ ਬਾਅਦ 5-6 ਜਣੇ ਜਿਹੜੇ ਸਾਰੇ ਗਰੁੱਪ ਦੇ ਕਰਤਾ ਧਰਤਾ ਸੀਗੇ ਇਹ ਸਾਰੇ ਇਕੱਠੇ ਕੰਟੈਕਟ ਕੀਤਾ ਇਹਨਾਂ ਨੇ ਸਿਗਨਲ ਐਪ ਥਰੂ ਦੁਆਰਾ। ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਜੋ ਨਾਮ ਐਡ ਹੋਈ ਗਏ ਤਾਂ ਹਰੇਕ ਬੰਦੇ ਨੇ ਆਪਣੀ ਜਿਹੜੀ ਹੈ ਕੋਈ ਡਿਊਟੀ ਲਾਈ ਕਿ ਕੋਈ ਮੈਂ ਸ਼ੂਟਰ ਦਾ ਪ੍ਰਬੰਧ ਕਰਨਾ ਹੈ, ਮੈਂ ਗੱਡੀਆਂ ਦਾ ਪ੍ਰਬੰਧ ਕਰਨਾ ਹੈ। ਤਾਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਹੀ ਸਾਜ਼ਿਸ਼ ਘੜਤਾ ਸਚਿਨ ਬਿਸ਼ਨੋਈ ਵੀ ਨਾਲ ਹੀ ਸ਼ਾਮਲ ਸੀ, ਜਿਹਨੂੰ ਪਤਾ ਸੀ ਕਿਉਂਕਿ ਰਾਹੁਲ ਦੇਖੋ ਸਿੱਧੇ ਤੌਰ ਤੇ ਤਾਂ ਮਾਰਨ ਵਾਲੇ ਤਾਂ ਸ਼ੂਟਰ ਸੀ। ਜੇ ਆਪਾਂ ਵੈਸੇ ਗੱਲ ਕਰੀਏ ਸਿੱਧੇ ਤੌਰ ਤੇ ਸ਼ੂਟਰਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ, ਪਰ ਜਿਨ੍ਹਾਂ ਨੇ ਬਣਾਇਆ, ਜਿਨ੍ਹਾਂ ਨੇ ਸਾਰਾ ਮੈਕੈਨਿਜ਼ਮ ਤਿਆਰ ਕੀਤਾ, ਸਾਰੀ ਜਿਹੜੀ ਹੈ ਪਲੈਨਿੰਗ ਕੀਤੀ, ਉਹ ਕੋਈ 1-2 ਜਣਿਆਂ ਦੀ ਪਲੈਨਿੰਗ ਨਹੀਂ ਸੀ। ਉਹ ਕੋਈ ਇੱਕ ਜਾਂ 2-3 ਜਣਿਆਂ ਦੀ ਪਲੈਨਿੰਗ ਨਹੀਂ ਕਰੀ। ਸੂਤਰਧਾਰ ਇੱਕ ਹੋ ਸਕਦਾ ਲੇਕਿਨ ਪਲੈਨਿੰਗ ਦੇ ਵਿੱਚ 4-5 ਜਣੇ ਜਿਹੜੇ ਹੈ ਹੋਰ ਸ਼ਾਮਲ ਸੀ। ਅੱਗੇ ਇੱਕ ਨਾਮ ਆਉਂਦਾ ਲਿਪਿਨ ਨਹਿਰਾ ਦਾ, ਇਸ ਦਾ ਵੀ ਜੱਗੂ ਭਗਵਾਨਪੁਰੀਆ ਵਾਂਗ ਹੀ ਰੋਲ ਰਿਹਾ ਹੈ ਨਾ? ਹਾਂ, ਇਹਨੇ ਵੀ ਕਿਹਾ ਜਾਂਦਾ ਕਿ 2 ਸ਼ੂਟਰ ਮੁਹੱਈਆ ਕਰਵਾਏ ਸੀ ਗੋਲਡੀ ਬਰਾੜ ਨੂੰ, ਤੇ ਜਿਨ੍ਹਾਂ ਨਾਮ ਕੁਲਦੀਪ ਕਸ਼ਿਸ਼ ਹੋ ਗਿਆ, ਕਿਉਂਕਿ ਕੁਲਦੀਪ ਤੇ ਕਸ਼ਿਸ਼ ਇੱਕੋ ਹੈ, ਕਸ਼ਿਸ਼ ਹੋ ਗਿਆ, ਤੇ ਇੱਕ ਸੀਗਾ ਦੀਪਕ ਮੁੰਡੀ ਜਿਹੜਾ ਕਿਹਾ ਜਾਂਦਾ ਹੈ ਕਿ ਹਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਔਰ ਦੇਖਿਆ ਜਾਵੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਲਿਪਿਨ ਨਹਿਰਾ ਦਾ ਸਭ ਤੋਂ ਲਾਸਟ ਦੇ ਵਿੱਚ ਆਖਰ ਦੇ ਵਿੱਚ ਨਾਮ ਆਉਂਦਾ ਹੈ। ਪੁਲਿਸ ਦੀ ਜਾਂਚ ਦੇ ਵਿੱਚ ਸਭ ਤੋਂ ਆਖਰ ਦੇ ਵਿੱਚ ਨਾਮ ਆਉਂਦਾ ਹੈ ਕਿ ਇਸਨੇ ਵੀ ਦੋ ਜਦੋਂ ਮੋਡਿਊਲ ਜਦੋਂ ਇਹ ਡਿਸਕਲੋਜ਼ ਹੁੰਦਾ ਹੈ ਜਾਂ ਆਪਣੇ ਪੁਲਿਸ ਤਫਤੀਸ਼ ਦੇ ਵਿੱਚ ਜਾਂਦੀ ਹੈ ਤਾਂ ਇਹ ਪਤਾ ਲੱਗਦਾ ਹੈ ਕਿ ਇੱਕ ਜਿਹੜਾ ਹੈਗਾ ਆ 2 ਗੈਂਗਸਟਰ ਜੱਗੂ ਭਗਵਾਨਪੁਰੀਆ, 2 ਗੈਂਗਸਟਰ ਜਿਹੜਾ ਹੈ ਲਾਰੈਂਸ ਬਿਸ਼ਨੋਈ ਵੱਲੋਂ ਦਿੱਤੇ ਜਾਂਦੇ ਤੇ 2 ਹੀ ਗੈਂਗਸਟਰ ਜਿਹੜੇ ਆ ਫਿਰ ਨਾਮ ਆਉਂਦਾ ਲਿਪਿਨ ਨਹਿਰਾ ਦਾ ਕਿ ਮੁੰਡੀ ਤੇ ਕਸ਼ਿਸ਼ ਨੂੰ ਜਿਹੜਾ ਆ ਇਸ ਦੇ ਵਿੱਚ ਜਿਹੜਾ ਆ ਉਹਨਾਂ ਨੇ ਕੀਤਾ ਜਾਂਦਾ। ਬਿਲਕੁਲ ਰਾਹੁਲ, ਇਹ ਤਾਂ ਦਰਸ਼ਕਾਂ ਨੂੰ ਦੱਸ ਦਈਏ ਤਾਂ ਚਾਰਜ ਸ਼ੀਟ ਸੀ। ਉਹ ਚਾਰਜ ਸ਼ੀਟ ਦੇ ਵਿੱਚ ਜਿਹੜੇ 24 ਅਕਿਊਜ਼ਡ ਦੇ ਵਿੱਚੋਂ 24 ਦੇ ਖਿਲਾਫ ਚਲਾਨ ਪੇਸ਼ ਕੀਤਾ ਹੈ। ਇਹ ਉਹ ਸਾਰੇ ਜਿਹੜੇ ਮੁਲਜ਼ਮ ਸੀ ਉਹਨਾਂ ਦੇ ਬਾਰੇ ਤੁਹਾਨੂੰ ਅਸੀਂ ਵਿਸਤਾਰ ਪੂਰਵਕ ਜਿਹੜੀ ਹੈ ਜਾਣਕਾਰੀ ਦੇ ਰਹੇ ਸੀ ਤੇ ਚਾਰਜ ਸ਼ੀਟ ਦੇ ਵਿੱਚ ਕੀ ਦੋਸ਼ ਲੱਗੇ ਨੇ, ਇਹਨਾਂ ਦੇ ਕਿਹੜੀਆਂ ਧਾਰਾਵਾਂ ਲੱਗੀਆਂ ਉਹ ਵੀ ਤੁਹਾਨੂੰ ਸਾਰਾ ਦੱਸ ਰਹੇ ਸੀ। ਤਾਂ ਰਾਹੁਲ, ਇੱਕ ਹੋਰ ਇੰਟਰਸਟਿੰਗ ਗੱਲ ਦੱਸਣਾ ਚਾਹਾਂਗੇ ਦਰਸ਼ਕਾਂ ਨੂੰ, ਵੀਰ ਨੂੰ, ਕਿ ਸਿੱਧੂ ਮੂਸੇਵਾਲੇ ਦੀ 27 ਤਰੀਕ ਨੂੰ ਕੋਰਟ ਦੇ ਵਿੱਚ ਪੇਸ਼ੀ ਸੀ।
ਮਾਨਸਾ 27 ਨੂੰ ਪੇਸ਼ੀ ਸੀ ਕਿਸੇ ਕੇਸ ਦੇ ਵਿੱਚ। ਤਾਂ ਕਹਿੰਦੇ ਪਹਿਲਾਂ ਇਹਨਾਂ ਦੀ ਪਲੈਨਿੰਗ ਉਦੋਂ ਹੀ ਸੀ ਕਿ 27 ਤਰੀਕ ਨੂੰ ਹੀ ਸਿੱਧੂ ਤੇ ਹਮਲਾ ਕਰਨਾ ਹੈ। ਉਦੋਂ ਕੀ ਸੀ, ਕਹਿੰਦੇ ਦੋ ਜਣੇ ਡਿਵਾਈਡ ਹੋ ਕੇ ਦੋ ਦੀਆਂ ਟੀਮਾਂ ਬਣਾ ਕੇ ਹਰੇਕ ਖੜੇ ਸੀ। ਕੋਈ ਮਾਨਸਾ ਜਿਵੇਂ ਰਣ ਦਿੱਤਾ ਕੈਂਚੀਆਂ ਨੇ, ਜਿੱਥੇ ਸਿੱਧੂ ਦਾ ਘਰ ਤੋਂ ਮਾਨਸਾ ਨਾਲ ਜੁੜਦਾ, ਉੱਥੇ ਖੜੇ ਸੀ। ਤੇ ਕਹਿੰਦੇ ਕੋਰਟ ਦੇ ਵਿੱਚ ਵੀ ਮਾਰਨ ਦਾ ਪਲਾਨ ਸੀ ਵੀ ਕੋਰਟ ਦੇ ਵਿੱਚ ਆਪਾਂ ਵਰਦੀ ਪਾ ਕੇ ਕਿਸੇ ਦੀ ਜਾਂ ਕੋਈ ਸਥਾਨਕ ਲੋਕ ਬਣ ਕੇ ਵਗ ਜਾਾਂਗੇ। ਪਰ ਕਹਿੰਦੇ ਉਦੋਂ ਕੀ ਹੋਇਆ, ਉਦੋਂ ਸਿੱਧੂ ਮਤਲਬ ਆਪਣੀ ਗੱਡੀ 'ਚ ਨਹੀਂ ਆਇਆ। ਉਹ ਕਿਸੇ ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਕਿ ਕੋਈ ਨਾਲ ਦਾ ਯਾਰ ਦੋਸਤ ਆਪਾਂ ਕਹਿੰਦੇ ਹਾਂ ਕਿ ਯਾਰ ਤੂੰ ਮੇਰੀ ਗੱਡੀ ਚੱਲ, ਤੇ ਪਤਾ ਨਹੀਂ ਲੱਗਿਆ। ਹਾਂ, ਸਿੱਧੂ ਕਿਸੇ ਦੀ ਗੱਡੀ 'ਚ ਬਹਿ ਕੇ ਕਹਿੰਦੇ ਕਦੋਂ ਘਰ ਪਹੁੰਚ ਗਿਆ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਿਆ ਉਦੋਂ। ਔਰ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਵੀ ਟਰਾਈ ਕੀਤੀ ਗਈ ਸੀ, ਇੱਕ ਦਿਨ ਪਹਿਲਾਂ ਵੀ ਟਰਾਈ ਕੀਤੀ ਗਈ ਸੀ, 28 ਨੂੰ ਵੀ ਮਾਰਨ ਦੀ ਟਰਾਈ ਹੋਈ ਸੀ ਪਰ ਨਹੀਂ ਹੋਈ। ਫਿਰ ਜਦੋਂ ਪਤਾ ਲੱਗਦਾ ਕਿ ਸਿਕਿਉਰਿਟੀ ਖੋਲੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਜਿਹੜਾ ਆ ਗੋਲਡੀ ਬਰਾੜ ਦਾ ਫੋਨ ਆਉਂਦਾ ਸਾਰੇ ਗੈਂਗਸਟਰ ਨੂੰ ਕਿ ਤੁਸੀਂ ਜਿਹੜਾ ਹੈ ਐਕਟਿਵ ਹੋ ਜਾਓ, ਪਲਾਨ ਅਸੀਂ ਜਿਹੜਾ ਆ ਕਰਨਾ ਹੈ ਔਰ ਇੰਜਾਮ ਦੇਣਾ। ਇਹ ਗੱਲ ਵੀ ਮੈਂਸ਼ਨ ਕੀਤੀ ਗਈ ਹੈ ਖਾਸ ਤੌਰ ਤੇ, ਕਿਉਂਕਿ ਸਿਕਿਉਰਿਟੀ ਲੀਕ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ। ਤਾਂ ਇਹਨਾਂ ਨੇ ਲਿਖਿਆ ਹੋਇਆ ਕਿ ਜਦੋਂ ਸਿੱਧੂ ਦੀ ਹਲਚਲ ਕਦੋਂ ਵਧੀ, ਮਤਲਬ ਸਤਰਕ ਤੁਸੀਂ ਦੇਖੋ ਕਿ ਸਤਰਕ ਕਿਸ ਤਰ੍ਹਾਂ ਸੀਗੇ ਸ਼ੂਟਰ ਤੇ ਗੋਲਡੀ ਬਰਾੜ, ਕਿ ਜਦੋਂ ਮਤਲਬ ਸਿਕਿਉਰਿਟੀ ਵਿਦਡਰਾਨ ਹੋਈ ਤਾਂ ਉਸ ਤੋਂ ਬਾਅਦ ਫੋਨ ਆਉਂਦਾ ਗੋਲਡੀ ਬਰਾੜ ਦਾ ਕਿ ਕੱਲ ਨੂੰ ਹਰ ਹਾਲਤ ਦੇ ਵਿੱਚ ਕੰਮ ਕਰਨਾ ਹੈ, ਕਿ ਕੱਲ ਨੂੰ ਉਹਦੀ ਸਿਕਿਉਰਿਟੀ ਘਟ ਰਹੀ ਹੈ, ਹੁਣ ਉਹਦੀ ਸਿਕਿਉਰਿਟੀ ਦੇ ਗਨਮੈਨ ਵਾਪਸ ਬੁਲਾ ਲਏ ਨੇ ਤੇ ਤੁਸੀਂ ਕੱਲ ਨੂੰ ਕਰ ਸਕਦੇ ਹੋ, ਕੱਲ ਨੂੰ ਵਧੀਆ ਮੌਕਾ ਹੈ। ਕਿਉਂਕਿ ਉਹ ਦੇਖੋ ਰਾਹੁਲ, ਉਹ ਇੱਕ ਮੌਕਾ ਲੱਭ ਰਹੇ ਸੀ, ਸਿਰਫ ਔਰ ਸਿਰਫ ਇੱਕ ਮੌਕਾ ਲੱਭ ਰਹੇ ਸੀ ਉਹ, ਕਿ ਸਾਨੂੰ ਇੱਕ ਮੌਕਾ ਮਿਲ ਜੇ। ਤਾਂ ਬਿਲਕੁਲ ਇਹ ਜਿਹੜੀ ਹੈ ਪੂਰੀ ਤਫਤੀਸ਼ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਗਈ ਹੈ। ਕਿਵੇਂ ਐਂਗਲ ਖੰਗਾਲੇ ਜਾਂਦੇ ਨੇ, ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਚਿਹਰੇ ਜਿਹੜੀ ਬਲੈਰੋ ਹੁੰਦੀ ਹੈ ਉਸ ਦੇ ਵਿੱਚ ਪੈਟਰੋਲ ਪੰਪ ਦੀ ਪਰਚੀ ਨਿਕਲਦੀ ਹੈ, ਉਸ ਤੋਂ ਬਾਅਦ ਉਸਦੇ ਸੀਸੀਟੀਵੀ ਫੁਟੇਜ ਦੇ ਕਰਕੇ ਸਾਹਮਣੇ ਆਉਂਦੇ ਹੈ ਚਿਹਰੇ ਸ਼ਾਰਪ ਸ਼ੂਟਰਾਂ ਦੇ। ਹਾਲਾਂਕਿ ਕੇਕੜਾ ਜਿਹੜਾ ਹੈਗਾ, ਸੰਦੀਪ ਕੇਕੜਾ, ਜਿਸ ਨੇ ਰੇਕੀ ਕੀਤੀ, ਔਰ ਇਹ ਵੀ ਇਲਜ਼ਾਮ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਚੋਣ ਪ੍ਰਚਾਰ ਕਰਦਾ ਸੀ ਤਾਂ ਕੇਕੜਾ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦਾ ਵੀ ਦਾਅਵਾ ਕੀਤਾ ਜਾਂਦਾ ਕਿ ਕਾਂਗਰਸ ਦਾ ਹਿੱਸਾ ਬਣ ਕੇ ਸਿੱਧੂ ਮੂਸੇਵਾਲੇ ਦੇ ਨਾਲ ਉਸ ਰੈਲੀਆਂ ਦੇ ਵਿੱਚ ਜਾਂਦਾ ਸੀ, ਉਸ ਥਾਂ ਦੇ ਉੱਪਰ ਜਾਂਦਾ ਸੀ। ਪਰ ਉਦੋਂ ਸਿਕਿਉਰਿਟੀ ਮਿਲਣ ਦੇ ਕਾਰਨ ਸਿਕਿਉਰਿਟੀ ਦੇ ਵਿੱਚ ਤਕਰੀਬਨ 10 ਤੋਂ 12 ਗਨਮੈਨ ਹੁੰਦੇ ਆ, ਕਮਾਂਡੋ ਹੁੰਦੇ ਆ, AK-47 ਜਿਨ੍ਹਾਂ ਨੇ ਕਮਾਂਡੋ AK-47 ਨਾਲ ਲੈਸ ਹੁੰਦੇ ਆ, ਤਾਂ ਇਸ ਕਰਕੇ ਜਿਹੜਾ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਜਾਂਦਾ। ਤਾਂ ਯਾਨੀ ਕਿ ਜਿਵੇਂ ਦੱਸਿਆ ਮਨਦੀਪ ਜੋਤ ਨੇ ਕਿ 2020 ਤੋਂ ਹੀ ਪਲਾਨਿੰਗ ਸ਼ੁਰੂ ਹੋ ਗਈ ਸੀ ਮਾਰਨ ਦੀ। ਤਾਂ ਵੱਖ-ਵੱਖ ਜਿਹੜੇ ਆ ਇੱਕ ਦੇਖਿਆ ਜਾਵੇ ਤਾਂ ਇਹਨਾਂ ਨੇ ਟਰਾਈ ਵੀ ਕੀਤੀ ਹੈ ਪਰ ਉਹ ਕਾਮਯਾਬ ਨਹੀਂ ਹੁੰਦੇ। ਪਰ ਜਿਵੇਂ ਹੀ ਪਤਾ ਲੱਗਦਾ ਸਿਕਿਉਰਿਟੀ ਖੋਈ ਗਈ ਹੈ ਤਾਂ ਉਸ ਤੋਂ ਬਾਅਦ ਪੂਰੀ ਪਲੈਨਿੰਗ ਹੁੰਦੀ ਹੈ, ਦੁਬਾਰਾ ਤੋਂ ਐਕਟੀਵੇਟ ਕਰ ਦਿੱਤਾ ਜਾਂਦਾ ਸਾਰਿਆਂ ਨੂੰ। ਤਾਂ ਇਹ ਜਿਹੜੀ ਚਾਰਜ ਸ਼ੀਟ ਹੈ, ਇਹ ਇਸ ਦੇ ਵਿੱਚ 24 ਦੇ ਖਿਲਾਫ ਚਾਰਜ ਜਿਹੜਾ ਹੈ ਫਰੇਮ ਕੀਤੇ ਗਏ ਨੇ, ਚਾਰਜ ਫਰੇਮ ਹੋਏ ਨੇ। ਤਾਂ ਹੁਣ ਅੱਗੇ ਮੁਕੱਦਮਾ ਜਿਹੜਾ ਟ੍ਰਾਇਲ ਸ਼ੁਰੂ ਹੋ ਚੁੱਕਿਆ। ਦੇਖਣਾ ਹੋਵੇਗਾ ਕਿ ਇਹ ਟ੍ਰਾਇਲ ਕਿੰਨੀ ਦੇਰ ਚੱਲਦਾ ਹੈ, ਅਦਾਲਤ ਕਿਹਨਾਂ ਨੂੰ ਦੋਸ਼ੀ ਪਾਉਂਦੀ ਹੈ ਔਰ ਕਿਹੜੇ ਇਸ ਦੇ ਵਿੱਚੋਂ ਬਰੀ ਹੋ ਜਾਂਦੇ ਨੇ, ਜਾਂ ਫਿਰ ਪੁਲਿਸ ਕਿਹਨਾਂ ਨੂੰ ਸਾਬਿਤ ਕਰ ਪਾਉਂਦੀ ਹੈ ਕਿ ਇਹਨਾਂ ਨੇ ਵਾਕਈ ਹੀ ਇਹ ਜੁਰਮ ਕੀਤਾ। ਇਹ ਜਿਹੜਾ ਹੁਣ ਟ੍ਰਾਇਲ ਦੇ ਵਿੱਚ ਅੱਗੇ ਜਿਹੜੇ ਮੁਕੱਦਮੇ ਸ਼ੁਰੂ ਹੋ ਗਏ ਆ, ਤਰੀਕਾ ਪੈਣਗੀਆਂ, ਮੁਕੱਦਮੇ ਚੱਲਣਗੇ ਤੇ ਹੁਣ ਮੁਕੱਦਮੇ ਦੇ ਦੌਰਾਨ ਹੀ ਇਹ ਜਿਹੜਾ ਆ ਉਸ ਤੋਂ ਬਾਅਦ ਪਤਾ ਚੱਲੇਗਾ ਜਦੋਂ ਆਖਰੀ ਡਿਸੀਜਨ ਆਵੇਗਾ ਕਿ ਸਿੱਧੂ ਮੂਸੇਵਾਲਾ ਦੇ ਦੋਸ਼ੀਆਂ ਨੂੰ ਇਹ ਜਿਹੜੀ ਸਜ਼ਾ ਸੁਣਾਈ ਗਈ ਹੈ।